ਕਿਸਾਨਾਂ ਦੀ ਗੱਲ ਕਰਦਾ, ਉਹਨਾਂ ਦੇ ਸਵਾਲਾਂ ਦੇ ਹੱਲ ਕਰਦਾ। ਪੀਟੀਸੀ ਨਿਊਜ਼ ਦਾ ਖਾਸ ਉਪਰਾਲਾ ਕਿਸਾਨ ਹੈਲਪਲਾਈਨ ਸ਼ੋਅ ਸੀਜ਼ਨ 6 ਲੈ ਹਾਜ਼ਰ ਹਾਂ ਮੈਂ। ਕੋ ਪਾਵਰਡ ਬਾਏ ਧਾਨੂਕਾ ਦਾ ਸੈਂਪਰਾ ਨੇ ਕੀਤਾ ਕਮਾਲ। ਗੰਡਾ ਤੋਂ ਖਤਮ ਕਰੇ ਮੋਥਾ, ਮਿਹਨਤ ਘੱਟ ਮੁਨਾਫਾ ਮੋਟਾ ਅਤੇ ਸਵਾਨਾ ਸੀਡਸ ਸਵਾ ਸਮਾਰਟ ਧਾਨ, ਵਜ਼ਨਦਾਰ ਦਾਣੇ, ਭਰਪੂਰ ਝਾੜ, ਹੁਣ ਦੋਹਰੀ ਸੁਰੱਖਿਆ ਨਾਲ। ਤੇ ਜੋ ਨੰਬਰ ਤੁਹਾਡੀ ਸਕਰੀਨ ਤੇ ਆ ਰਿਹਾ ਹੈ, ਜੋ ਕਿ ਹੈ 93159229, ਇਸ ਉੱਤੇ ਤੁਸੀਂ ਮਿਸਡ ਕਾਲ ਕੀਤੀ ਜਾਂ WhatsApp ਕੀਤਾ। ਸਾਡੀ ਟੀਮ ਨੇ ਤੁਹਾਡੇ ਨਾਲ ਸੰਪਰਕ ਕੀਤਾ ਅਤੇ ਕਿਸਾਨੀ ਨਾਲ ਜੁੜੇ ਤੁਹਾਡੇ ਸਵਾਲ ਜਾਣੇ। ਤੇ ਅੱਜ ਦਾ ਸਾਡਾ ਵਿਸ਼ਾ ਹੈ ਝੋਨੇ ਦੀ ਸਿੱਧੀ ਬਿਜਾਈ, ਜਿਸ ਬਾਰੇ ਗੱਲ ਕਰਨ ਲਈ ਸਾਡੇ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਜੁੜੇ ਨੇ ਡਾਕਟਰ ਬੂਟਾ ਸਿੰਘ ਢਿੱਲੋਂ ਜੀ। ਤੇ ਡਾਕਟਰ ਸਾਹਿਬ, ਪਹਿਲੇ ਤੇ ਤੁਹਾਡੇ ਤੋਂ ਇਹੀ ਜਾਣਨਾ ਚਾਹਾਂਗਾ ਕਿ ਝੋਨੇ ਦੀ ਸਿੱਧੀ ਬਿਜਾਈ ਤੋਂ ਕੀ ਭਾਵ ਹੈ ਅਤੇ ਰਵਾਇਤੀ ਢੰਗ ਦੇ ਮੁਕਾਬਲੇ ਇਸ ਦੇ ਕੀ ਫਾਇਦੇ ਨੇ? ਬਿਲਕੁਲ ਜੀ ਨਿਖਿਲ ਜੀ, ਜੇ ਰਵਾਇਤੀ ਢੰਗ ਦੀ ਗੱਲ ਕਰੀਏ ਉਹਦੇ ਵਿੱਚ ਕੀ ਕਰਦੇ ਹਾਂ ਅਸੀਂ, ਪਹਿਲਾਂ ਪਨੀਰੀ ਬੀਜਦੇ ਹਾਂ, ਉਸ ਤੋਂ ਬਾਅਦ ਖੇਤ ਨੂੰ ਕੱਦੂ ਕਰਕੇ ਉਹ ਪਨੀਰੀ ਦੀ ਲਵਾਈ ਖੇਤ ਵਿੱਚ ਕਰਦੇ ਹਾਂ। ਔਰ ਇਹ ਜਿਹੜਾ ਢੰਗ ਹੈਗਾ ਇਹ ਵੱਧ ਪਾਣੀ ਵੱਧ ਊਰਜਾ ਦੀ ਖਪਤ ਵਾਲਾ ਢੰਗ ਹੈਗਾ। ਨਾਲ ਹੀ ਨਾਲ ਇਸ ਢੰਗ ਦੇ ਵਿੱਚ ਜਦੋਂ ਅਸੀਂ ਕੱਦੂ ਕਰਦੇ ਹਾਂ ਤਾਂ ਕੱਦੂ ਕਰਨ ਦੇ ਨਾਲ ਜ਼ਮੀਨ ਦੀ ਜਿਹੜੀ ਹੇਠਲੀ ਸਤਹ ਦੇ ਵਿੱਚ ਇੱਕ ਸਖਤ ਤਹਿ ਬਣ ਰਹੀ ਆ, ਜਿਹੜੀ ਕਿ ਸਾਡਾ ਰੀਚਾਰਜ, ਪਾਣੀ ਦਾ ਰੀਚਾਰਜ ਘਟਾ ਰਹੀ ਆ। ਬਹੁਤ ਸਾਰਾ ਸਾਡਾ ਜਿਹੜਾ ਪਾਣੀ ਉਹ ਰੁੜ ਕੇ ਜਿਹੜਾ ਚਲਿਆ ਜਾਂਦਾ ਹੈਗਾ। ਔਰ ਨਾਲ ਹੀ ਨਾਲ ਜਿਹੜਾ ਸਾਡਾ ਆਉਣ ਵਾਲੀ ਫਸਲ, ਜਿਵੇਂ ਕਣਕ ਦੀ ਜਿਹੜੀ ਫਸਲ ਦੀ ਜਿਹੜੀ ਝਾੜ ਦੇ ਉੱਤੇ ਵੀ ਸਾਡਾ ਜਿਹੜਾ ਨੈਗੇਟਿਵ ਇੰਪੈਕਟ ਪੈਂਦਾ ਹੈਗਾ। ਔਰ ਇੱਕ ਹੋਰ ਜਿਹੜੀ ਇਸ ਢੰਗ ਦੇ ਵਿੱਚ ਗੱਲ ਇਸ ਤਰ੍ਹਾਂ ਹੈਗੀ ਆ ਵੀ ਜਿਹੜਾ ਮੀਥੇਨ ਗੈਸ ਆ ਉਹ ਵੀ ਜਿਹੜੀ ਬਹੁਤ ਜ਼ਿਆਦਾ ਪੈਦਾਵਾਰ ਹੁੰਦੀ ਜਿਹੜੇ ਕੱਦੂ ਕੀਤੇ ਖੇਤਾਂ ਦੇ ਵਿੱਚ। ਸੋ ਇਹਨਾਂ ਸਾਰਿਆਂ ਹੀ ਢੰਗਾਂ ਨੂੰ ਬੜੀ ਸੰਜੀਦਗੀ ਨਾਲ ਸੋਚਦੇ ਹੋਏ, ਬੜੀ ਸੰਜੀਦਗੀ ਨਾਲ ਕੰਮ ਕਰਦੇ ਹੋਏ ਇਹਨਾਂ ਸਮੱਸਿਆਵਾਂ ਦੇ ਉੱਪਰ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੁਆਰਾ ਪਿਛਲੇ ਸਮੇਂ ਦੇ ਵਿੱਚ ਕਿਸਾਨ ਵੀਰਾਂ ਲਈ ਝੋਨੇ ਦੀ ਸਿੱਧੀ ਬਿਜਾਈ ਦੀ ਜਿਹੜੀ ਸਿਫਾਰਿਸ਼ ਉਹ ਕੀਤੀ ਹੈ। ਸੋ ਸਿੱਧੀ ਬਿਜਾਈ ਦੀ ਜਿਹੜੀ ਸਿਫਾਰਿਸ਼ ਕੀਤੀ ਆ, ਸੋ ਇਹਦੇ ਬੜੇ ਫਾਇਦੇ ਨੇ। ਸੋ ਫਾਇਦਿਆਂ ਦੇ ਵਿੱਚ ਸਭ ਤੋਂ ਪਹਿਲੀ ਗੱਲ ਹੈ ਜਿਹੜੀ ਆਪਣੀ ਪਾਣੀ ਦੀ ਬਚਤ ਹੈਗੀ। ਇਹਦੇ ਵਿੱਚ 15 ਤੋਂ 20% ਜਿਹੜਾ ਪਾਣੀ ਬਚਦਾ ਹੈਗਾ। ਜੇ ਆਪਾਂ ਗੱਲ ਕਰੀਏ ਰੀਚਾਰਜ ਦੀ, ਸੋ 10 ਤੋਂ 15% ਜਿਹੜਾ ਪਾਣੀ ਦਾ ਰੀਚਾਰਜ ਵੱਧ ਜਾਂਦਾ ਹੈਗਾ ਸਿੱਧੀ ਬਿਜਾਈ ਦੇ ਵਿੱਚ ਰਵਾਇਤੀ ਢੰਗ ਦੇ ਮੁਕਾਬਲੇ। ਇਸੇ ਤਰ੍ਹਾਂ ਲੇਬਰ ਦੀ ਜਿਹੜੀ ਬਚਤ ਆ, ਤਕਰੀਬਨ 25-30% ਲੇਬਰ ਦੀ ਬਚਤ ਹੋ ਜਾਂਦੀ ਹੈਗੀ ਆ। ਗੱਲ ਆਪਾਂ ਮੀਥੇਨ ਗੈਸ ਦੀ ਕੀਤੀ ਸੀ, ਉਹ ਮੀਥੇਨ ਗੈਸ ਵਾਲੀ ਸਮੱਸਿਆ ਜਿਹੜੀ ਹੈਗੀ ਆ ਉਹ ਵੀ ਸਿੱਧੀ ਬਿਜਾਈ ਦੇ ਵਿੱਚ ਨਹੀਂ ਹੁੰਦੀ ਗੀ। ਔਰ ਕਣਕ ਦੇ ਝਾੜ ਦੇ ਵਿੱਚ ਵੀ ਜਿਹੜਾ ਇਜ਼ਾਫਾ ਪਾਇਆ ਜਾਂਦਾ, ਜੇ ਅਸੀਂ ਜਿਹੜੀ ਸਿੱਧੀ ਬਿਜਾਈ ਝੋਨੇ ਤੋਂ ਬਾਅਦ ਕਣਕ ਬੀਜਦੇ ਆ ਤਾਂ ਉੱਥੇ ਜਿਹੜਾ ਸਾਨੂੰ ਕਣਕ ਦਾ ਝਾੜ ਵੱਧ ਮਿਲਦਾ ਹੈਗਾ। ਔਰ ਨਾਲ ਹੀ ਨਾਲ ਜਿਹੜੇ ਖੇਤੀ ਦੇ ਖਰਚੇ ਆ ਸਾਡੇ, ਉਹਦੇ ਵਿੱਚ ਵੀ ਲਗਭਗ 3000 ਰੁਪਇਆ ਪ੍ਰਤੀ ਏਕੜ ਤੱਕ ਜਿਹੜਾ ਉਹ ਜਿਹੜੀ ਸਾਡੇ ਕਟੌਤੀ ਜਿਹੜੀ ਹੈਗੀ ਉਹ ਸਿੱਧੀ ਬਿਜਾਈ ਝੋਨੇ ਦੇ ਕਰਕੇ ਆ ਜਾਂਦੀ ਆ। ਸੋ ਇਹ ਸਾਰੇ ਅਨੇਕਾਂ ਫਾਇਦਿਆਂ ਕਰਕੇ ਜਿਹੜਾ ਸਿੱਧੀ ਬਿਜਾਈ ਜਿਹੜੀ ਆ ਉਹ ਝੋਨੇ ਦੀ ਬੜੀ ਜਿਹੜੀ ਪ੍ਰਚਲਿਤ ਵਿਧੀ ਹੋ ਰਹੀ ਹੈ ਜੀ। ਤੇ ਇੱਥੇ ਡਾਕਟਰ ਸਾਹਿਬ ਇਹ ਵੀ ਜਾਣਨਾ ਚਾਹਾਂਗੇ ਕਿ ਪਿਛਲੇ ਸਾਲ ਝੋਨੇ ਦੀ ਸਿੱਧੀ ਬਿਜਾਈ ਕਿੰਨੇ ਰਕਬੇ ਦੇ ਵਿੱਚ ਕੀਤੀ ਗਈ ਸੀ ਤੇ ਇਸ ਨੂੰ ਲੈ ਕੇ ਕਿਸਾਨਾਂ ਦੇ ਤਜਰਬੇ ਕਹੀਏ ਉਹ ਕੀ ਰਹੇ ਨੇ? ਬਿਲਕੁਲ ਜੀ, ਜੇ ਆਪਾਂ ਰਕਬੇ ਦੀ ਗੱਲ ਕਰੀਏ ਤਾਂ ਪਿਛਲੇ ਸਾਲ ਰਿਕਾਰਡ ਰਕਬਾ ਰਿਹਾ ਹੈਗਾ ਸਿੱਧੀ ਬਿਜਾਈ ਝੋਨੇ ਦੇ ਵਿੱਚ। 13 ਲੱਖ ਏਕੜ ਤੋਂ ਵੱਧ ਰਕਬਾ ਜਿਹੜਾ ਉਹ ਸਿੱਧੀ ਬਿਜਾਈ ਅਧੀਨ ਸੀਗਾ ਪਿਛਲੇ ਸਾਲ। ਸੋ ਜਿਹੜਾ ਕਿ ਆਪਣੇ ਆਪ ਦੇ ਵਿੱਚ ਇੱਕ ਹੁਣ ਤੱਕ ਦਾ ਰਿਕਾਰਡ ਰਕਬਾ ਹੈਗਾ। ਸੋ ਗੱਲ ਕਰੀਏ ਰੁਝਾਨਾਂ ਦੀ ਤਾਂ ਜਿਹੜੇ ਕਿਸਾਨ ਵੀਰਾਂ ਦੇ ਬਹੁਤ ਹੀ ਵਧੀਆ ਤਜਰਬੇ ਰਹੇ ਆ। ਜਦੋਂ ਕਿਸਾਨ ਵੀਰਾਂ ਨਾਲ ਅਸੀਂ ਗੱਲ ਕਰਦੇ ਹਾਂ ਤਾਂ ਕਿਸਾਨ ਵੀਰ ਕਹਿੰਦੇ ਕਿ ਜਿਹੜਾ ਸਾਡਾ ਝਾੜ ਹੈਗਾ ਉਹ ਕੱਦੂ ਵਾਲੇ ਝੋਨੇ ਦੇ ਜਿਹੜੇ ਮੁਕਾਬਲੇ ਬਰਾਬਰ ਆਇਆ ਹੈਗਾ। ਔਰ ਸਾਡੇ ਜਿਹੜਾ ਖੇਤੀ ਖਰਚੇ ਆ ਉਹਦੇ 'ਚ ਕਟੌਤੀ ਆਈ ਆ। ਔਰ ਕਿਸਾਨ ਵੀਰ ਤਾਂ ਇਹ ਵੀ ਕਹਿੰਦੇ ਵੀ ਜੇ ਸਾਡਾ ਝਾੜ ਜੇ ਉਹਦੇ ਮੁਕਾਬਲੇ ਪੂਰਾ ਘਟ ਵੀ ਜਾਵੇ ਤਾਂ ਵੀ ਸਾਨੂੰ ਆਰਥਿਕ ਤੌਰ ਤੇ ਇਸ ਵਿਧੀ ਦੇ ਵਿੱਚ ਲਾਭ ਆ। ਪਰੰਤੂ ਨਾ ਤਾਂ ਕਿਸਾਨ ਵੀਰਾਂ ਦਾ ਝਾੜ ਘਟਿਆ, ਨਾ ਹੀ ਜਿਹੜੇ ਸਾਡੇ ਖੋਜ ਤਜਰਬੇ ਆ ਉਹਦੇ ਵਿੱਚ ਕੋਈ ਝਾੜ ਦੇ ਵਿੱਚ ਗਿਰਾਵਟ ਦੇਖੀ ਗਈ ਆ। ਔਰ ਹੋਰ ਜਿਵੇਂ ਹੁਣ ਆਪਣੇ ਕਣਕ ਦੀ ਜਿਹੜੀ ਵਾਢੀ ਦਾ ਜਿਹੜਾ ਸੀਜ਼ਨ ਚੱਲੀ ਜਾਂਦਾ, ਹੁਣ ਜਦੋਂ ਅਸੀਂ ਕਿਸਾਨ ਵੀਰਾਂ ਨੂੰ ਪੁੱਛਦੇ ਹਾਂ ਤਾਂ ਕਿਸਾਨ ਵੀਰ ਇਹ ਵੀ ਬੜਾ ਜ਼ੋਰ ਦੇ ਕੇ ਗੱਲ ਕਹਿ ਰਹੇ ਨੇ ਕਿ ਜਿੱਥੇ ਅਸੀਂ ਸਿੱਧੀ ਬਿਜਾਈ ਝੋਨਾ ਕੀਤਾ ਸੀਗਾ, ਸੋ ਉਹਨਾਂ ਖੇਤਾਂ ਦੇ ਵਿੱਚ ਸਾਡੇ ਜਿਹੜੀ ਕਣਕ ਦੀ ਜਿਹੜੀ ਝਾੜ ਹੈਗਾ ਉਹ ਤਕਰੀਬਨ ਕੁਆਂਟਲ 1.5 ਕੁਆਂਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਜਿਹੜਾ ਕੱਦੂ ਕੀਤੇ ਝੋਨੇ ਵਾਲੇ ਖੇਤਾਂ ਦੇ ਮੁਕਾਬਲੇ ਵੱਧ ਆ ਰਿਹਾ ਹੈਗਾ। ਸੋ ਇਹ ਵੀ ਇੱਕ ਜਿਹੜੀ ਬੜਾ ਵਧੀਆ ਜਿਹੜਾ ਤਜਰਬਾ ਕਿਸਾਨ ਵੀਰਾਂ ਦਾ ਰਿਹਾ ਹੈਗਾ। ਸੋ ਚਾਹੇ ਕੁਝ ਹੋਰ ਵੀ ਜਿਹੜੇ ਤਜਰਬੇ, ਜਿਵੇਂ ਕਿ ਕੁਝ ਕਿਸਾਨ ਵੀਰਾਂ ਦੇ ਜਿਹੜੇ ਝੋਨੇ ਕਰੰਡ ਹੋ ਗਏ ਸੀਗੇ, ਕਿਸੇ ਦੇ ਚੂਹੇ ਦੀ ਸਮੱਸਿਆ ਆ ਗਈ ਸੀ, ਕਿਤੇ ਲੋਹੇ ਦੀ ਘਾਟ ਵੀ ਆ ਗਈ ਸੀਗੀ। ਪਰੰਤੂ ਮੈਂ ਇੱਥੇ ਕਿਸਾਨ ਵੀਰਾਂ ਨੂੰ ਬੇਨਤੀ ਕਰੂੰਗਾ ਕਿ ਸਾਨੂੰ ਜਿਹੜੇ ਇਹਨਾਂ ਗੱਲਾਂ ਤੋਂ ਘਬਰਾਉਣ ਦੀ ਲੋੜ ਨਹੀਂ, ਸਗੋਂ ਸਾਨੂੰ ਇਹ ਜਿਹੜੀਆਂ ਗੱਲਾਂ ਸੀ, ਜਿਹੜੇ ਸਾਨੂੰ ਸਮੱਸਿਆਵਾਂ ਆਈਆਂ, ਸੋ ਉਹਨਾਂ ਤੋਂ ਸਿੱਖ ਕੇ ਅਸੀਂ ਜਿਹੜਾ ਹੋਰ ਵੱਡੇ ਤੌਰ ਦੇ ਉੱਤੇ ਇਸ ਸਾਲ ਜਿਹੜਾ ਅਸੀਂ ਰਕਬੇ ਦੇ ਵਿੱਚ ਵਾਧਾ ਕਰੀਏ ਝੋਨੇ ਦੀ ਸਿੱਧੀ ਬਿਜਾਈ ਦੇ ਵਿੱਚ। ਕਿਉਂਕਿ ਕਿਸਾਨਾਂ ਦੀ ਜ਼ਬਾਨੀ ਸਾਨੂੰ ਪਤਾ ਲੱਗਿਆ ਵੀ ਜੇ ਕਿਸੇ ਦਾ ਝੋਨਾ ਕਰੰਡ ਹੋ ਗਿਆ ਸੀਗਾ, ਸੋ ਉਹਨਾਂ ਨੇ ਤਜਰਬੇ ਦੇ ਤੌਰ ਤੇ ਕਈ ਕਿਸਾਨ ਵੀਰਾਂ ਨੇ ਥੋੜਾ ਮੰਨ ਲਓ 1-2 ਕਿਆਰੇ ਰੱਖ ਲਏ ਵਿੱਚੋਂ,
ਤਾਂ ਉਹਦੀ ਜਦੋਂ ਕਰੰਟ ਭੰਨ ਕੇ ਉਸ ਤੋਂ ਬਾਅਦ ਜਿਹੜਾ ਝੋਨਾ ਉਹਦਾ ਵਾਧਾ ਫਲਾਟ ਦੇਖੀ ਤਾਂ ਸਾਨੂੰ 15-20 ਦਿਨਾਂ ਬਾਅਦ ਕਿਸਾਨ ਵੀਰਾਂ ਦੇ ਫੋਨ ਆਉਂਦੇ ਸੀ, ਕਹਿੰਦੇ ਜੀ ਅਸੀਂ ਤਾਂ ਗਲਤੀ ਕਰ ਲਈ ਝੋਨਾ ਵਾਹ ਕੇ, ਉਹਦਾ ਸਾਡਾ ਝੋਨਾ ਬਹੁਤ ਸੋਹਣਾ ਹੋ ਗਿਆ। ਸੋ ਝਾੜ ਉਹ ਤੋਂ ਬਾਅਦ ਜਦੋਂ ਝੋਨਾ ਰੱਖਿਆ, ਉਹ ਜਿਹੜਾ ਵਾਹੁਣ ਤੋਂ ਬਾਅਦ ਜਿਹੜਾ ਵਿੱਚੋਂ ਕੁਝ ਝੋਨਾ ਰੱਖ ਲਿਆ ਸੀਗਾ, ਸੋ ਉਹਦਾ ਜਿਹੜਾ ਝਾੜ ਵੀ ਜਿਹੜਾ ਪੂਰਾ ਆਇਆ ਉਹਨਾਂ ਦਾ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਇਸ ਸਾਲ ਜਿਹੜੇ ਕਿਸਾਨ ਵੀਰਾਂ ਦਾ ਕਾਫੀ ਕੌਨਫੀਡੈਂਸ ਡਿਵੈਲਪ ਹੋ ਗਿਆ ਹੈਗਾ ਔਰ ਵੱਡੇ ਰੂਪ ਦੇ ਵਿੱਚ ਜਿਹੜਾ ਇਸ ਸਾਲ ਜਿਹੜਾ ਝੋਨੇ ਦੀ ਸਿੱਧੀ ਬਿਜਾਈ ਅਧੀਨ ਜਿਹੜਾ ਰਕਬਾ ਵਧਾਉਣ ਦੇ ਵਿੱਚ ਉਹ ਆਪਣਾ ਜਿਹੜਾ ਯੋਗਦਾਨ ਪਾਉਣਗੇ। ਤੇ ਡਾਕਟਰ ਸਾਹਿਬ ਇੱਥੇ ਸੁਣਨ ਵਿੱਚ ਇਹ ਵੀ ਆਇਆ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿੱਧੀ ਬਿਜਾਈ ਨੂੰ ਲੈ ਕੇ ਇੱਕ ਨਵੀਂ ਵਿਧੀ ਦੀ ਸਿਫਾਰਿਸ਼ ਵੀ ਕੀਤੀ ਗਈ ਹੈ, ਕੁਝ ਉਸ ਬਾਰੇ ਵੀ ਦੱਸੋ। ਹਾਂਜੀ ਬਿਲਕੁਲ, ਸਾਲ 2020 ਦੌਰਾਨ ਝੋਨੇ ਦੀ ਜਿਹੜੀ ਸਿੱਧੀ ਬਿਜਾਈ ਦੀ ਇੱਕ ਨਵੀਂ ਸਿਫਾਰਿਸ਼ ਜਿਹੜੀ ਸੀ ਉਹ ਯੂਨੀਵਰਸਿਟੀ ਵੱਲੋਂ ਕੀਤੀ ਗਈ ਸੀ। ਉਹਦਾ ਸੀਗਾ ਤਰ 72 ਝੋਨੇ ਦੀ ਜਿਹੜੀ ਸਿੱਧੀ ਬਿਜਾਈ ਦੀ ਸਿਫਾਰਿਸ਼ ਸੀਗੀ ਉਹ। ਸੋ ਤਰ 72 ਦਾ ਮਤਲਬ ਹੈਗਾ ਵੀ 72 ਜਿਹੜਾ ਆਪਣਾ 72 ਨਾਲ ਥੋੜਾ ਜਿਹਾ ਜ਼ਿਆਦਾ ਨਮੀ ਹੋਣੀ ਜ਼ਮੀਨ ਦੇ ਵਿੱਚ। ਸੋ ਸਾਦੇ ਸ਼ਬਦਾਂ 'ਚ ਆਪਾਂ ਇਹਨੂੰ ਇਹ ਵੀ ਕਹਿ ਸਕਦੇ ਹਾਂ, ਖੋਰਖੋਪ 72 ਕਹਿ ਦਿੰਦੇ ਆ, ਜਾਂ ਆਪਾਂ ਕਹਿ ਦਿੰਦੇ ਆ ਵੀ ਜਦੋਂ ਆਪਾਂ ਖੇਤ ਤਿਆਰ ਕਰ ਰਹੇ ਹੋਈਏ ਤਾਂ ਉਸ ਵੇਲੇ ਟਰੈਕਟਰ ਦੀਆਂ ਜਿਹੜੀਆਂ ਗੁੱਡੀਆਂ ਤੁਹਾਡੀ ਜ਼ਮੀਨ ਦੇ ਵਿੱਚ ਖੁੱਭਣ ਪਰੰਤੂ ਟਰੈਕਟਰ ਸਲਿੱਪ ਨਾ ਕਰੇ। ਸੋ ਇੰਨਾ ਕੁ 72 ਚਾਹੀਦਾ ਹੈਗਾ। ਸੋ ਉਹਦੇ ਵਿੱਚ ਜਿਹੜਾ ਇਸ ਵਿਧੀ ਦੇ ਵਿੱਚ ਜਿਹੜਾ ਹੈਗਾ ਆਪਾਂ ਕੀ ਕਰਨਾ ਹੈਗਾ, ਪਹਿਲਾਂ ਦੂਰੀ ਰੌਣੀ ਕਰਨੀ ਹੈ ਖੇਤ ਨੂੰ। ਦੂਰੀ ਰੌਣੀ ਦਾ ਆਪਾਂ ਨੂੰ ਲਾਭ ਇਹ ਹੋਊਗਾ ਕਿਉਂਕਿ ਉਹਦੇ ਜਿਹੜਾ ਆਪਾਂ ਰੌਣੀ ਕਰ ਦਿਆਂਗੇ ਤਾਂ ਨਦੀਨ ਜਾਂ ਪਿਛਲੇ ਸਾਲ ਦੇ ਜਿਹੜੇ ਝੋਨੇ ਦੇ ਬੀਜ ਕਿਰੇ ਹੋਏ ਆ ਉਹ ਸਾਰੇ ਜੰਮ ਜਾਣਗੇ। ਸੋ ਜਦੋਂ ਆਪਣੇ ਜੰਮ ਜਾਣਗੇ ਤਾਂ ਆਪਣੀ ਫਸਲ ਦੇ ਵਿੱਚ ਜਿਹੜਾ ਹੈਗਾ ਘਰਾਲੇ ਦੀ ਸਮੱਸਿਆ ਨਹੀਂ ਆਊਗੀ, ਨਾਲ ਹੀ ਨਾਲ ਜਿਹੜੀ ਆਪਣੇ ਨਦੀਨਾਂ ਦੀ ਸਮੱਸਿਆ ਵੀ ਘਟ ਜਾਊਗੀ। ਸੋ ਇਹ ਕਰਕੇ ਲੇਜ਼ਰ ਕਰਾਏ ਤੋਂ ਬਾਅਦ ਜਦੋਂ ਆਪਾਂ ਲੇਜ਼ਰ ਕਰਾਇਆ ਖੇਤ ਨੂੰ ਲਵਾ ਲਿਆ, ਉਸ ਤੋਂ ਬਾਅਦ ਜਿਹੜਾ ਆਪਾਂ ਉਹਦੇ ਕਿਆਰਿਆਂ ਦੇ ਵਿੱਚ ਵੰਡ ਕੇ ਹਲਕਾ ਉਹਨੂੰ ਖੇਤ ਨੂੰ ਵਾਹ ਕੇ ਦੂਰ ਸੁਹਾਗੇ ਦੀ ਲਾ ਦੇਣੀ, ਪੂਰੇ ਭਾਰੇ ਸੁਹਾਗੇ ਦੀ ਭਾਰਾ ਸੁਹਾਗਾ ਮਾਰ ਕੇ ਜਦੋਂ ਖੇਤ ਪੂਰਾ ਟਾਈਟ ਹੋ ਗਿਆ ਤਾਂ ਉਹਦੇ 'ਚ ਆਪਾਂ ਜਿਹੜੀ ਆ ਉਹ ਬਿਜਾਈ ਕਰ ਦੇਣੀ ਆ। ਬਿਜਾਈ ਆਪਾਂ ਕੋਸ਼ਿਸ਼ ਕਰੋ ਆਪਣੀ ਲੱਕੀ ਸੀਡ ਡਰਿਲ ਨਾਮ ਦੀ ਇੱਕ ਮਸ਼ੀਨ ਆਉਂਦੀ ਆ, ਸੋ ਉਹਦੇ ਨਾਲ ਬਿਜਾਈ ਕਰੋ। ਉਹਦਾ ਲਾਭ ਇਹ ਆ ਕਿਉਂਕਿ ਜਿਹੜੀ ਇਹ ਮਸ਼ੀਨ ਹੈਗੀ ਆ ਲੱਕੀ ਸੀਡ ਡਰਿਲ ਹੈਗੀ ਆ, ਇਹਦੇ ਵਿੱਚ ਬਿਜਾਈ ਦੇ ਨਾਲ ਨਾਲ ਨਦੀਨਨਾਸ਼ਕ ਦਾ ਸਪਰੇਅ ਵੀ ਨਾਲ ਹੋ ਜਾਂਦਾ ਹੈਗਾ। ਸੋ ਜੇਕਰ ਤੁਹਾਡੇ ਕੋਲ ਇਹ ਜਿਹੜੀ ਡਰਿਲ ਨਹੀਂ ਹੈਗੀ ਤਾਂ ਉਹਦੇ ਬਦਲ ਦੇ ਵਿੱਚ ਜਿਹੜੀ ਆਪਣੀ ਝੋਨਾ ਬੀਜਣ ਵਾਲੀ ਡਰਿਲ ਹੈਗੀ ਤਿਰਛੀਆਂ ਪਲੇਟਾਂ ਵਾਲੀ, ਸੋ ਉਹਦੀ ਵਰਤੋਂ ਵੀ ਆਪਾਂ ਕਰ ਸਕਦੇ ਹਾਂ। ਸੋ ਉਹਦੇ ਨਾਲ ਆਪਾਂ ਝੋਨੇ ਦੀ ਜਿਹੜੀ ਬਿਜਾਈ ਉਹ ਕਰ ਸਕਦੇ ਹਾਂ। ਪਰੰਤੂ ਖਿਆਲ ਇਹ ਰੱਖਣਾ ਵੀ ਜੇ ਆਪਾਂ ਜਿਹੜੀ ਝੋਨਾ ਬੀਜਣ ਵਾਲੀ ਜਿਹੜੀ ਸਾਦੀ ਡਰਿਲ ਹੈਗੀ ਆ ਤਿਰਛੀਆਂ ਪਲੇਟਾਂ ਵਾਲੀ, ਜੇ ਉਹਦੇ ਨਾਲ ਆਪਾਂ ਬਿਜਾਈ ਕੀਤੀ ਆ ਤਾਂ ਨਦੀਨਨਾਸ਼ਕ ਦਾ ਸਪਰੇਅ ਆਪਾਂ ਨਾਲ ਦੀ ਨਾਲ ਕਰ ਦੇਣਾ ਹੈਗਾ। ਔਰ ਖੇਤ ਜਦੋਂ ਆਪਾਂ ਇਸ ਵਿਧੀ ਦੇ ਵਿੱਚ ਖੇਤ ਤਿਆਰ ਕਰਨਾ ਤਾਂ ਹਮੇਸ਼ਾ ਆਪਾਂ ਉਹ ਜ਼ਿਆਦਾ ਸੁਬਾਹ ਸਵਖਤੇ ਖੇਤ ਤਿਆਰ ਕਰਨਾ ਔਰ ਸਾਰਾ ਸੁਬਾਹ ਸਵਖਤੇ ਹੀ ਬਿਜਾਈ ਕਰਨੀ ਹੈ, ਜਾਂ ਫਿਰ ਸ਼ਾਮ ਨੂੰ ਆਪਾਂ ਦੁਪਹਿਰ ਵੇਲੇ ਆਪਾਂ ਕੋਈ ਵੀ ਕਾਰਜ ਇਹਦੇ 'ਚ ਨਹੀਂ ਕਰਨਾ ਕਿਉਂਕਿ ਜੂਨ ਦੇ ਮਹੀਨੇ ਦੇ ਵਿੱਚ ਤਾਪਮਾਨ ਬਹੁਤ ਜ਼ਿਆਦਾ ਹੁੰਦਾ, ਨਮੀ ਵੀ ਸਾਡੇ ਵਾਤਾਵਰਨ 'ਚ ਘੱਟ ਹੁੰਦੀ ਹੈ, ਸਾਡਾ ਜਿਹੜਾ 72 ਆ ਉਹ ਉੱਡ ਜਾਂਦਾ ਹੈਗਾ। ਸੋ ਇਸ ਕਰਕੇ ਸੁਬਾਹ ਜਾਂ ਸ਼ਾਮ ਹੀ ਇਹ ਸਾਰੇ ਕਾਰਜ ਕਰਨੇ ਆ, ਚਾਹੇ ਉਹ ਖੇਤ ਨੂੰ ਖੋਲ੍ਹਣਾ ਖੇਤ ਨੂੰ ਵਾਹੁਣਾ ਹੈਗਾ, ਚਾਹੇ ਬਿਜਾਈ ਕਰਨੀ ਆ, ਚਾਹੇ ਉਹਦੇ ਉੱਪਰ ਆਪਾਂ ਨਦੀਨਨਾਸ਼ਕ ਦਾ ਜਿਹੜਾ ਸਪਰੇਅ ਕਰਨਾ ਹੈਗਾ। ਸੋ ਇਸ ਤਰ੍ਹਾਂ ਕਰਕੇ ਜਿਹੜਾ ਹੈਗਾ ਔਰ ਉਹਦੇ 'ਚ ਖਿਆਲ ਰੱਖਣਾ ਵੀ ਜਿਹੜੇ ਆਪਣੇ ਬੀਜ ਦੀ ਡੰਗਾਈ ਆ ਉਹ 1.25 ਤੋਂ 1.5 ਇੰਚ ਹੋਣੀ ਚਾਹੀਦੀ ਆ ਔਰ ਕਤਾਰ ਤੋਂ ਕਤਾਰ ਦਾ ਫਾਸਲਾ ਜਿਹੜਾ ਹੈਗਾ ਉਹ 8 ਇੰਚ ਹੀ ਹੋਣਾ ਚਾਹੀਦਾ ਹੈਗਾ। ਸੋ ਇਸ ਵਿਧੀ ਦੇ ਵਿੱਚ ਜਿਹੜੇ ਮੁੱਖ ਤੌਰ ਤੇ ਫਾਇਦੇ ਆ ਕਿਉਂਕਿ ਜਿਹੜੀ ਇਹ ਵਿਧੀ ਹੈਗੀ ਆ ਤਰ 72 ਝੋਨੇ ਦੀ ਜਿਹੜੀ ਬਿਜਾਈ ਸਿੱਧੀ ਬਿਜਾਈ ਆ, ਸੋ ਇਹਦੇ ਵਿੱਚ ਜਿਹੜਾ ਪਹਿਲਾ ਪਾਣੀ ਆਪਾਂ 3 ਹਫ਼ਤੇ ਤੱਕ ਜਿਹੜਾ ਡਿਲੇ ਕਰ ਸਕਦੇ ਆ। ਪਹਿਲਾ ਪਾਣੀ ਆਪਾਂ 3 ਹਫ਼ਤਿਆਂ ਤੇ ਲਾਉਣਾ ਹੈ। ਸੋ ਜਦੋਂ ਆਪਾਂ ਪਾਣੀ ਲੇਟ ਲਾਵਾਂਗੇ ਤਾਂ ਉਹਦੇ ਵਿੱਚ ਕੀ ਹੈਗਾ ਆਪਣੇ ਨਦੀਨਾਂ ਦੀ ਸਮੱਸਿਆ ਘਟ ਜਾਊਗੀ। ਨੰਬਰ 2 ਤੇ ਪਾਣੀ ਦੀ ਵੀ ਬਚਤ ਹੋ ਜਾਊਗੀ ਔਰ ਨੰਬਰ 3 ਤੇ ਜਦੋਂ ਪਾਣੀ ਘੱਟ ਲਾਵਾਂਗੇ ਜਿਹੜਾ ਝੋਨਾ ਹੈਗਾ ਝੋਨੇ ਦੀਆਂ ਜੜ੍ਹਾਂ ਦਾ ਵਿਕਾਸ ਹੁੰਦਾ ਰਹੂਗਾ, ਉੱਪਰੋਂ ਝੋਨਾ ਨਹੀਂ ਵਧੂਗਾ। ਸੋ ਜਦੋਂ ਜੜ੍ਹਾਂ ਦਾ ਵਿਕਾਸ ਬਹੁਤ ਜ਼ਿਆਦਾ ਹੋ ਜਾਊਗਾ ਤਾਂ ਉਹਦੇ ਨਾਲ ਕੀ ਹੋਊਗਾ ਕਿ ਸਾਡਾ ਜਿਹੜਾ ਬਹੁਤ ਮਤਲਬ ਨਿੱਘਰ ਜਿਹੜੀ ਸਾਡੀ ਫਸਲ ਹੋਊਗੀ ਉਹਦੇ 'ਚ ਤੱਤਾਂ ਦੀ ਘਾਟ ਆ ਜਿਹੜੀ ਉਹ ਨਹੀਂ ਆਊਗੀ ਔਰ ਆਉਣ ਵਾਲੇ ਜਿਹੜੇ ਸਮੇਂ ਦੇ ਵਿੱਚ ਉਹ ਸਾਨੂੰ ਇੱਕ ਵਧੀਆ ਝਾੜ ਜਿਹੜੀ ਬੁਨਿਆਦ ਬਣ ਕੇ ਜਿਹੜੀ ਸਾਡੇ ਸਾਹਮਣੇ ਆਊਗੀ। ਸੋ ਇਹ ਵਿਧੀ ਜਿਹੜੀ ਹੈਗੀ ਪਿਛਲੇ ਸਾਲ ਨਵੀਂ ਜਿਹੜੀ ਸਿਫਾਰਿਸ਼ ਉਹ ਕੀਤੀ ਗਈ ਸੀ ਜੀ। ਬਿਲਕੁਲ ਡਾਕਟਰ ਸਾਹਿਬ, ਬਹੁਤ ਹੀ ਵਿਸਤਾਰਪੂਰਵਕ ਤੁਸੀਂ ਜਾਣਕਾਰੀ ਦੇ ਰਹੇ ਹੋ ਤੇ ਇੱਥੇ ਵੇਲੇ ਇੱਕ ਛੋਟੇ ਜਿਹੇ ਬ੍ਰੇਕ ਦਾ ਹੈ। ਬ੍ਰੇਕ ਤੋਂ ਬਾਅਦ ਕਿਸਾਨ ਵੀਰ ਸਾਡੇ ਨਾਲ ਆਪਣੇ ਸਵਾਲਾਂ ਦੇ ਨਾਲ ਜੁੜਨਗੇ, ਵੀਡੀਓ ਦੇ ਰਾਹੀਂ ਕਾਲ ਦੇ ਰਾਹੀਂ ਉਹ ਸਵਾਲ ਵੀ ਤੁਹਾਡੇ ਤੱਕ ਪਹੁੰਚਾਵਾਂਗੇ। ਤੁਸੀਂ ਵੇਖਦੇ ਰਹੋ ਕਿਸਾਨ ਹੈਲਪਲਾਈਨ ਸ਼ੋ ਸੀਜ਼ਨ 6। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਕਿਸਾਨ ਹੈਲਪਲਾਈਨ ਸ਼ੋ ਸੀਜ਼ਨ 6 ਤੇ ਅੱਜ ਦਾ ਸਾਡਾ ਵਿਸ਼ਾ ਹੈ ਝੋਨੇ ਦੀ ਸਿੱਧੀ ਬਿਜਾਈ, ਜਿਸ ਬਾਰੇ ਗੱਲ ਕਰ ਰਹੇ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਡਾਕਟਰ ਬੂਟਾ ਸਿੰਘ ਢਿੱਲੋਂ। ਤੇ ਡਾਕਟਰ ਸਾਹਿਬ ਹੁਣ ਕਿਸਾਨ ਵੀਰ ਸਾਡੇ ਨਾਲ ਜੁੜ ਰਹੇ ਨੇ। ਪਹਿਲੇ ਕਿਸਾਨ ਵੀਰ ਜੁੜ ਚੁੱਕੇ ਨੇ ਕਾਲ ਦੇ ਜ਼ਰੀਏ, ਉਹਨਾਂ ਦਾ ਸਵਾਲ ਕੀ ਹੈ ਉਹ ਜਾਣਦੇ ਹਾਂ। ਹਾਂਜੀ, ਕੀ ਨਾਂ ਜੀ ਤੁਹਾਡਾ, ਕਿੱਥੋਂ ਬੋਲ ਰਹੇ ਹੋ? ਹਾਂਜੀ ਸੰਤੋਖ ਸਿੰਘ ਨਾਂ ਜੀ, ਗੁਰਦਾਸਪੁਰ ਡਿਸਟ੍ਰਿਕਟ ਤੋਂ ਸ੍ਰੀ ਹਰਿਮੰਦਰ ਬਲਾਕ ਹੈਗੀ ਹੈ। ਹਾਂਜੀ ਸੰਤੋਖ ਜੀ, ਆਪਣਾ ਸਵਾਲ ਪੁੱਛੋ। ਹਾਂਜੀ ਮੇਰਾ ਇਹ ਸਵਾਲ ਹੈ ਕਿ ਜੇ ਅਸੀਂ 1 ਤਰੀਕ ਨੂੰ ਸਿੱਧੀ ਬਿਜਾਈ ਕਰੀਏ 1 ਜੂਨ ਨੂੰ
ਤੇ 1 ਜੂਨ ਤੋਂ ਲੈ ਕੇ ਡਾਕਟਰ ਸਾਹਿਬ ਇਹ 15 ਜੂਨ ਤੱਕ ਜੇ ਅਸੀਂ ਬਿਜਾਈ ਕਰਦੇ ਹਾਂ ਤੇ ਉਹ ਬੀਜ ਜਿਹੜਾ ਵਾ ਜਾਂ ਉਹ ਕਹਿੰਦਾ ਵਾ ਬੜਾ ਛੋਟਾ ਰਹਿ ਜਾਂਦਾ ਤੇ ਉਸ ਤੋਂ ਬਾਅਦ ਜਿਹੜੀ ਲਵਾਈ ਦੂਜੀ ਸ਼ੁਰੂ ਹੋ ਜਾਂਦੀ ਹੈ ਕੱਦੂ ਕਰਕੇ ਉਹ ਗਰੋਥ ਜ਼ਿਆਦਾ ਕਰਦੀ ਆ ਤੇ ਉਹਦੇ ਵਿੱਚ ਦਿਲਚਸਪੀ ਜੇ ਪੈ ਜਾਂਦਾ ਵਾ ਕਿਸਾਨ ਤੇ ਮੈਨੂੰ ਇਹ ਦੱਸਿਆ ਜਾਂਦਾ ਵੀ ਜੇ ਇਹਨੂੰ ਮਈ ਦੇ ਵਿੱਚ ਬੀਜਿਆ ਜਾਵੇ ਤੇ ਫਿਰ ਅੱਛਾ ਨਹੀਂਗਾ ਤੇ ਕਿੰਨੀ ਕੁ ਮਤਲਬ ਆਪਾਂ ਵਾਹੀ ਕਰਨੀ ਆ ਵਾਹੁਣ ਤੋਂ ਬਾਅਦ ਮਤਲਬ ਕਿੰਨੇ ਵਾਰਾਂ ਵਾਹ ਲਈਏ ਤੇ ਕਦੋਂ ਜਾ ਕੇ ਮੁੜ ਕੇ ਅਸੀਂ ਉਹਨੂੰ ਮਤਲਬ ਬਿਜਾਈ ਕਰੀਏ ਤੇ ਕਾਹਦੇ ਨਾਲ ਕਰੀਏ ਡਰਿਲ ਨਾਲ ਕਰੀਏ ਕਿ ਜਾਂ ਮਤਲਬ ਹੋਰ ਕਿਸੇ ਤਰੀਕੇ ਨਾਲ। ਹਾਂ, ਬਹੁਤ ਵਧੀਆ ਸਵਾਲ ਆ ਤੁਹਾਡਾ ਸਰਦਾਰ ਸੰਤੋਖ ਸਿੰਘ ਜੀ। ਸੋ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਵੀ ਤੁਸੀਂ ਪੁੱਛਿਆ ਬਿਜਾਈ ਦਾ ਸਹੀ ਸਮਾਂ। ਬਿਜਾਈ ਦਾ ਸਹੀ ਸਮਾਂ ਇਹਦਾ 1 ਜੂਨ ਤੋਂ 15 ਜੂਨ ਹੀ ਹੈ ਜੀ। ਜੇ ਮਈ ਦੇ ਵਿੱਚ ਬੀਜਾਂਗੇ, ਮਈ 'ਚ ਗਰਮੀ ਬਹੁਤ ਜ਼ਿਆਦਾ ਹੁੰਦੀ ਆ, ਬਹੁਤ ਗਰਮੀ ਹੁੰਦੀ ਆ, ਸੋ ਝੋਨਾ ਚੱਲਦਾ ਨਹੀਂ ਹੈਗਾ। ਇਸ ਕਰਕੇ ਕਈ ਵਾਰ ਸਾਨੂੰ ਪਾਣੀ ਵੀ ਅਗੇਤਾ ਲਾਉਣਾ ਪੈਂਦਾ। ਜਦੋਂ ਪਾਣੀ ਅਗੇਤਾ ਲਾਉਣਾ ਪੈਂਦਾ ਉਹਦੇ ਨਾਲ ਕੱਖ ਬਹੁਤ ਹੋ ਜਾਂਦੇ ਆ। ਨੰਬਰ 1। ਨੰਬਰ 2 ਤੇ ਜਦੋਂ ਆਪਾਂ ਸਿੱਧੀ ਬਿਜਾਈ ਦੀ ਗੱਲ ਕਰਦੇ ਆ ਤਾਂ ਸਾਡਾ ਸਭ ਤੋਂ ਵੱਡਾ ਮਨੋਰਥ ਪਾਣੀ ਦੀ ਬਚਤ ਆ। ਸੋ ਜੇ ਆਪਾਂ ਅਗੇਤਾ ਝੋਨਾ ਲਾਵਾਂਗੇ ਤਾਂ ਉਹਦੇ 'ਚ ਪਾਣੀ ਦੀ ਬਚਤ ਨਹੀਂ ਹੋਣੀ। ਨੰਬਰ 3 ਤੇ ਜਿਹੜਾ ਮਈ ਦੇ ਵਿੱਚ ਆਪਾਂ ਜੇ ਝੋਨਾ ਲਾ ਦਿਆਂਗੇ ਤਾਂ ਉਹ ਨਿਸਰ ਜੇ ਬੜਾ ਉੱਚ ਤਾਪਮਾਨ ਦੇ ਅਖੀਰ ਅਗਸਤ ਦੇ ਵਿੱਚ ਨਿਸਰ ਜੂਗਾ। ਉਹ ਅਗਸਤ ਦੇ ਵਿੱਚ ਫਿਰ ਤਾਪਮਾਨ ਬਹੁਤ ਜ਼ਿਆਦਾ ਫੋਕ ਬੜੀ ਪੈ ਜਾਣੀ ਉਹਦੇ ਵਿੱਚ। ਸੋ ਇਸ ਕਰਕੇ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖਦੇ ਹੋਏ ਇਹ ਗੱਲ ਜਿਹੜੀ ਸਾਹਮਣੇ ਆਉਂਦੀ ਆ ਵੀ ਜੂਨ ਦੇ ਵਿੱਚ ਬੀਜਿਆ ਝੋਨਾ ਹੀ ਕਾਮਯਾਬ ਆ। ਮਈ ਦੇ ਵਿੱਚ ਜਿਹੜਾ ਬੀਜਿਆ ਝੋਨਾ ਪਾਣੀ ਵੱਧ ਲਊਗਾ, ਉਹਦੇ 'ਚ ਜਿਹੜਾ ਹੈਗਾ ਕਿਉਂਕਿ ਨਿਸਰ ਉਹਨੇ ਅਗਸਤ ਐਂਡ 'ਚ ਜਾਣਾ, ਇਸ ਕਰਕੇ ਉਹਦੇ 'ਚ ਫੋਕ ਬੜੀ ਪੈ ਜਾਣੀ ਆ, ਉਹਦੇ ਨਾਲ ਝਾੜ ਘਟ ਜਾਣਾ। ਸੋ ਵੱਧ ਝਾੜ ਵਧੀਆ ਕੁਆਲਿਟੀ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਜੂਨ ਦੇ ਪਹਿਲੇ 15 ਦੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰੀਏ। ਔਰ ਇਹਦੇ 'ਚ ਵੀ ਜਿਹੜੀਆਂ ਆਪਾਂ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਜਿਵੇਂ ਕਿ PR 126 ਔਰ ਪੂਸਾ ਬਾਸਮਤੀ 1509, ਸੋ ਇਹਨਾਂ ਦੀ ਤਾਂ ਬਿਜਾਈ ਆਪਾਂ ਜੂਨ ਦੇ ਦੂਜੇ 15 'ਚ ਵੀ ਕਰ ਸਕਦੇ ਹਾਂ। ਸੋ ਬੜਾ ਢੁਕਵਾਂ ਇਹ ਸਮਾਂ ਹੈਗਾ। ਬਾਕੀ ਜਿਹੜੀਆਂ ਕਿਸਮਾਂ ਹੈਗੀਆਂ ਆਪਣੀਆਂ PR 126 ਹੋ ਗਈ, ਇਹ ਆਪਾਂ ਇਹਦਾ ਦੂਜੇ 15 'ਚ ਕਰਨੀ ਹੈਗੀ ਆ, ਜੂਨ ਦੇ ਦੂਜੇ 15 'ਚ। PR 127, 28, 29 ਔਰ PR 122 ਇਹਨਾਂ ਕਿਸਮਾਂ ਦੀ ਜਿਹੜੀ ਆਪਾਂ ਜੂਨ ਦੇ ਪਹਿਲੇ 15 'ਚ ਕਰ ਸਕਦੇ ਹਾਂ। ਇਸੇ ਤਰ੍ਹਾਂ ਬਾਸਮਤੀ ਦੇ ਵਿੱਚ ਪੰਜਾਬ ਬਾਸਮਤੀ 7 ਜਿਹੜੀ ਕਿਸਮ ਇਸੇ ਸਾਲ ਯੂਨੀਵਰਸਿਟੀ ਨੇ ਸਿਫਾਰਿਸ਼ ਕੀਤੀ ਹੈ। ਸੋ ਇਹ ਕਿਸਮ ਬੜੀ ਢੁਕਵੀਂ ਆ ਝੋਨੇ ਦੀ ਸਿੱਧੀ ਬਿਜਾਈ ਲਈ। ਸੋ ਇਹ ਕਿਸਮ ਜਿਹੜੀ ਇਹ ਵੀ ਆਪਾਂ ਜੂਨ ਦੇ ਪਹਿਲੇ 15 'ਚ ਬੀਜ ਲਓ। ਇਸੇ ਤਰ੍ਹਾਂ ਪੂਸਾ ਬਾਸਮਤੀ 11, 21, 17, 18 ਇਹਨਾਂ ਨੂੰ ਵੀ ਆਪਾਂ ਜੂਨ ਦੇ ਪਹਿਲੇ 15 ਬੀਜ ਸਕਦੇ ਹਾਂ। ਲੇਕਿਨ 1509 ਔਰ PR 126 ਨੂੰ ਦੂਜੇ 15 'ਚ ਬੀਜੋ। ਸੋ ਕੁਆਲਿਟੀ ਮਿਲੂਗੀ ਆਪਾਂ ਨੂੰ ਔਰ ਝਾੜ ਵੀ ਵੱਧ ਮਿਲੂਗਾ। ਠੀਕ। ਤੇ ਦੱਸੋ ਜਦੋਂ ਆਪਾਂ ਡਰਿਲ ਨਾਲ ਬੀਜਦੇ ਡਰਿਲ ਨਾਲ ਜਾਂ ਮਤਲਬ ਉਹਦਾ ਹੋਰ ਕਿਸ ਤਰੀਕੇ ਨਾਲ ਜਾਂ ਛੱਟਾ ਜਾਂ ਡਰਿਲ ਜੇ ਡਰਿਲ ਨਾਲ ਬੀਜੇ ਸਾਨੂੰ ਗੋਡਣਾ ਹੀ ਪੈਂਦੀ, ਫਿਰ ਗੋਡੇ ਤੋਂ ਕੰਮ ਉਹਦੇ ਵਿੱਚ ਫਿਰ ਕੱਖ ਵੀ ਹੋ ਜਾਂਦਾ। ਨਹੀਂ, ਡਰਿਲ ਦੇ ਨਾਲ ਹੀ ਬੀਜਣ ਦੀ ਸਿਫਾਰਿਸ਼ ਕੀਤੀ। ਪਹਿਲਾਂ ਆਪਾਂ ਗੱਲ ਕਰ ਚੁੱਕੇ ਹਾਂ ਡਰਿਲ ਬਾਰੇ ਵੀ ਲੱਕੀ ਸੀਡ ਡਰਿਲ ਨਾਲ ਬੀਜੋ ਜਾਂ ਜਿਹੜੀ ਆਪਣੀ ਤਿਰਛੀਆਂ ਪਲੇਟਾਂ ਵਾਲੀ ਡਰਿਲ ਆ ਉਹਦੇ ਨਾਲ ਆਪਾਂ ਬਿਜਾਈ ਕਰਨੀ ਹੈ, ਇਹਦੀ ਝੋਨੇ ਦੀ ਸਿੱਧੀ ਬਿਜਾਈ ਕਰਨੀ ਆ। ਔਰ ਨਾਲ ਦੀ ਨਾਲ ਜਿਹੜੀ ਹੈਗੀ ਨਦੀਨਨਾਸ਼ਕ ਸਟੰਪ ਦੀ ਆਪਾਂ ਸਪਰੇਅ ਕਰ ਦੇਣੀ ਆ। ਜਦੋਂ ਸਟੰਪ ਦੀ ਸਪਰੇਅ ਕਰ ਦੇਣੀ ਆ ਨਾਲ ਦੀ ਨਾਲ ਤਾਂ ਉਹਦੇ ਨਾਲ ਕੱਖ ਬਹੁਤ ਘੱਟ ਹੋਣਗੇ। ਔਰ ਉਸ ਤੋਂ ਬਾਅਦ ਆਪਾਂ ਜਿਹੜਾ ਨਿਰੀਖਣ ਕਰਦੇ ਰਹਿਣਾ ਖੇਤ ਦਾ, ਉਹਦੇ ਮੁਤਾਬਕ ਜੇ ਕੱਖ ਹੁੰਦੇ ਆ ਤਾਂ ਕੱਖਾਂ ਦੇ ਲਈ ਆਪਾਂ ਬਹੁਤ ਵਧੀਆ ਜਿਹੜੀਆਂ ਆਪਣੇ ਜਿਹੜੇ ਕੈਮੀਕਲਸ ਸਿਫਾਰਿਸ਼ ਕੀਤੇ ਆ, ਸੋ ਉਹਨਾਂ ਦੀ ਵਰਤੋਂ ਕਰ ਸਕਦੇ ਆ। ਕੁਛ ਆਪਣੇ ਕਾਸ਼ਤਕਾਰੀ ਢੰਗ ਆ। ਸੋ ਕਾਸ਼ਤਕਾਰੀ ਢੰਗਾਂ ਦੇ ਵਿੱਚ ਸਭ ਤੋਂ ਪਹਿਲਾਂ ਖੇਤ ਦੀ ਚੋਣ ਆ। ਸੋ ਖੇਤ ਦੀ ਚੋਣ ਆਪਾਂ ਸਿੱਧੀ ਬਿਜਾਈ ਲਈ ਉਹੀ ਖੇਤ ਚੁਣਨਾ ਜਿੱਥੇ ਪਿਛਲੇ ਸਾਲ ਆਪਣਾ ਝੋਨਾ ਬੀਜਿਆ ਹੋਵੇ, ਕਿਉਂਕਿ ਜੇ ਨਰਮੇ ਕਪਾਹ ਜਾਂ ਕਮਾਦ ਵਾਲੇ ਆਪਾਂ ਖੇਤਾਂ ਦੇ ਵਿੱਚ ਸਿੱਧੀ ਬਿਜਾਈ ਕਰਾਂਗੇ ਤਾਂ ਉੱਥੇ ਕੱਖ ਵੱਧ ਹੋ ਜਾਂਦੇ ਕਈ। ਦੂਜੀ ਗੱਲ ਤਰ ਦੇ ਵਿੱਚ ਆਪਾਂ ਪਾਣੀ 3 ਹਫ਼ਤਿਆਂ ਦੇ ਲਾਉਣਾ, ਸੋ ਉੱਥੇ ਵੀ ਨਦੀਨ ਘੱਟ ਹੁੰਦੇ ਆ। ਇੱਕ ਪਹਿਲਾਂ ਮੈਂ ਦੱਸੂਗਾ ਦੂਰੀ ਰੌਣੀ ਕਰਨੀ ਆਪਾਂ। ਸੋ ਦੂਰੀ ਰੌਣੀ ਕਰਾਂਗੇ ਉਹਦੇ 'ਚ ਵੀ ਨਦੀਨਾਂ ਦੀ ਸਮੱਸਿਆ ਘਟੂਗੀ। ਬਾਕੀ ਆਪਾਂ ਪ੍ਰੀ ਮਾਰਜਸ ਜਿਹੜੀ ਸਟੰਪ ਦੀ ਛਿੜਕਾਅ ਉਹ ਜ਼ਰੂਰ ਕਰਨਾ ਹੈਗਾ। ਔਰ ਜਿਹੜਾ ਛਿੜਕਾਅ ਕਰਨਾ ਹੈਗਾ ਇਹ ਸ਼ਾਮ ਨੂੰ ਕਰਨਾ ਆਪਾਂ। ਔਰ ਬਿਜਾਈ ਦੇ ਤੇ ਜਿਹੜੇ ਸਟੰਪ ਦੀ ਛਿੜਕਾਅ ਦੇ ਵਿੱਚ ਘੱਟ ਤੋਂ ਘੱਟ ਜਿਹੜਾ ਸਾਨੂੰ ਵਕਫਾ ਚਾਹੀਦਾ। ਜੇ ਵਕਫਾ ਜ਼ਿਆਦਾ ਪੈ ਗਿਆ ਫਿਰ ਨਦੀਨਾਂ ਦੀ ਸਮੱਸਿਆ ਵੱਧ ਜਾਂਦੀ ਹੈ। ਸੋ ਇਹ ਕੁਝ ਕਾਸ਼ਤਕਾਰੀ ਢੰਗ ਸੀਗੇ। ਇਹਦੇ ਨਾਲ ਕੁਝ ਨਦੀਨਨਾਸ਼ਕਾਂ ਦੀ ਵਰਤੋਂ ਵੀ ਜਿਹੜੀ ਆਪਾਂ ਨਦੀਨਾਂ ਦੀ ਰੋਕਥਾਮ ਲਈ ਕਰ ਸਕਦੇ ਹਾਂ। ਔਰ ਇਹ ਨਦੀਨਨਾਸ਼ਕਾਂ ਦੀ ਵਰਤੋਂ ਆਪਾਂ ਫਲੈਟ ਫੈਨ ਨੋਜ਼ਲ ਯਾਨੀ ਕੱਟ ਵਾਲੀ ਨੋਜ਼ਲ ਨਾਲ ਸਿੱਧੀ ਫਾਂਟਾਂ ਦੇ ਵਿੱਚ ਚੱਲ ਕੇ ਕਰਨੀ ਆ। ਔਰ 150 ਲੀਟਰ ਪਾਣੀ ਪ੍ਰਤੀ ਏਕੜ ਲਾ ਕੇ। ਔਰ ਜਿਹੜਾ ਇਹ ਨਦੀਨਨਾਸ਼ਕਾਂ ਦੀ ਵਰਤੋਂ ਦਾ ਸਹੀ ਸਮਾਂ ਹੈਗਾ ਜਦੋਂ ਤੁਹਾਡਾ ਨਦੀਨ 2 ਤੋਂ 4 ਪੱਤਿਆਂ ਦੇ ਹੋਣ, ਜਾਣੀ ਤੁਹਾਡੀ ਫਸਲ 15 ਤੋਂ 25 ਦਿਨਾਂ ਦੀ ਹੋਵੇ। ਸੋ ਤੁਸੀਂ ਦੇਖਣਾ ਤੁਹਾਡੇ ਖੇਤ 'ਚ ਕਿਹੜੇ ਨਦੀਨ ਆ। ਜੇ ਸਵਾਂਖ ਤੇ ਝੋਨੇ ਵਰਗੇ ਤੇ ਮੋਥੇ ਵਰਗੇ ਨਦੀਨ ਹੈਗੇ ਆ ਤਾਂ ਉੱਥੇ ਆਪਾਂ ਜਿਹੜੀ ਨੋਮਨੀ ਗੋਲਡ ਦਵਾਈ ਹੈਗੀ ਆ 100 ਮਿਲੀਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਉਹਦਾ ਛਿੜਕਾਅ ਕਰਨਾ ਹੈਗਾ। ਜੇ ਮਧਾਣਾ, ਚੀਨੀ ਘਾਹ ਜਾਂ ਚਿੜੀ ਘਾਹ ਵਗੈਰਾ ਨਦੀਨ ਹੈਗੇ ਆ ਤਾਂ ਉੱਥੇ ਰਾਈਸਟਾਰ ਨਾਮ ਦੀ ਜਿਹੜੀ ਦਵਾਈ ਆਉਂਦੀ ਆ 400 ml ਪ੍ਰਤੀ ਏਕੜ ਦੇ ਹਿਸਾਬ ਨਾਲ ਉਹਦਾ ਛਿੜਕਾਅ ਆਪਾਂ ਕਰਨਾ ਹੈਗਾ। ਇਸ ਤਰ੍ਹਾਂ ਜੇਕਰ ਮੋਥਾ ਤੇ ਉਹਦੇ ਨਾਲ ਜਿਹੜੇ ਚੌੜੀ ਪੱਤੀ ਵਾਲੇ ਨਦੀਨ ਹੈ ਤਾਂ ਉੱਥੇ ਐਲਮੈਕਸ ਦਵਾਈ ਜਿਹੜੀ ਆ 8 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰਨਾ ਹੈਗਾ। ਔਰ
ਚੀਨੀ ਘਾਹ, ਸਵਾਂਕ, ਝੋਨੇ ਦੇ ਮੋਥੇ ਦੇ ਚੌੜੀ ਪੱਤੀ ਵਾਲੇ ਨਦੀਨਾਂ ਦੀ ਰੋਕਥਾਮ ਲਈ ਇੱਕ ਨਵੀਂ ਦਵਾਈ ਅਸੀਂ ਇਸੇ ਸਾਲ ਸਿਫਾਰਿਸ਼ ਕੀਤੀ ਆ, ਵਵਾਇਆ 6 ਤਾਕਤ। ਸੋ ਉਹਦੀ ਜਿਹੜੀ ਵਰਤੋਂ ਆਪਾਂ 900 ਮਿਲੀਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਕਰਨੀ ਆ। ਔਰ ਹੋਰ ਇੱਕ ਨਵੀਂ ਦਵਾਈ ਜਿਹੜੀ ਅਸੀਂ ਇਸੇ ਸਾਲ ਸਿਫਾਰਿਸ਼ ਕੀਤੀ ਆ, ਕਾਉਂਸਲ ਐਕਟਿਵ 30 ਤਾਕਤ। ਉਹਨੂੰ ਆਪਾਂ 90 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰਨਾ। ਔਰ ਇਹ ਬੜੀ ਬ੍ਰੌਡ ਸਪੈਕਟਰਮ ਦਵਾਈ ਹੈਗੀ ਆ। ਜਿਹੜੇ ਤੁਹਾਨੂੰ ਪਹਿਲਾਂ ਨਦੀਨ ਦੱਸੇ ਸਾਰੇ ਨਦੀਨਾਂ ਦੀ ਰੋਕਥਾਮ ਜਿਹੜੀ ਇਹ ਇਕੱਠੀ ਕਰ ਦਿੰਦੀ ਆ। ਸੋ ਇਹ ਕਾਉਂਸਲ ਐਕਟਿਵ 30 ਤਾਕਤ 90 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਇਹ ਜਿਹੜੇ ਨਦੀਨ ਜਿਹੜੇ ਹੈਗੇ ਆ, ਜੇ ਤੁਹਾਨੂੰ ਪਹਿਲਾਂ ਸਾਰੇ ਨਦੀਨਾਂ ਦੇ ਨਾਮ ਦੱਸੇ, ਉਹ ਸਾਰਿਆਂ ਦੀ ਜਿਹੜੀ ਹੈਗੀ ਰੋਕਥਾਮ ਇਹ ਦਵਾਈ ਕਰ ਦਿੰਦੀ ਆ। ਸੋ ਇਹਨਾਂ ਜਿਹੜੀ ਨਦੀਨਨਾਸ਼ਕਾਂ ਦੇ ਨਾਲ ਔਰ ਕਾਸ਼ਤਕਾਰੀ ਢੰਗਾਂ ਦੀ ਵਰਤੋਂ ਨਾਲ ਆਪਾਂ ਜਿਹੜਾ ਹੈ ਸਿੱਧੀ ਬਿਜਾਈ ਝੋਨੇ ਵਿੱਚ ਬਹੁਪੱਖੀ ਢੰਗ ਨਾਲ ਜਿਹੜਾ ਹੈਗਾ ਨਦੀਨਾਂ 'ਤੇ ਕਾਬੂ ਪਾ ਸਕਦੇ ਹਾਂ ਔਰ ਚੰਗੀ ਫਸਲ ਜਿਹੜੀ ਆ ਉਹ ਲੈ ਸਕਦੇ ਹਾਂ। ਬਿਲਕੁਲ ਡਾਕਟਰ ਸਾਹਿਬ, ਬਹੁਤ ਹੀ ਵਿਸਤਾਰਪੂਰਵਕ ਤੁਸੀਂ ਜਾਣਕਾਰੀ ਦਿੱਤੀ। ਹੁਣ ਅਗਲੇ ਕਿਸਾਨ ਵੀਰ ਸਿੱਧਾ ਖੇਤਾਂ ਤੋਂ ਸਾਡੇ ਨਾਲ ਜੁੜ ਰਹੇ ਨੇ ਵੀਡੀਓ ਕਾਲ ਦੇ ਜ਼ਰੀਏ। ਉਹਨਾਂ ਦਾ ਸਵਾਲ ਕੀ ਹੈ ਉਹ ਜਾਣਦੇ ਹਾਂ। ਕੁਝ ਕੁ ਕਿੱਲਿਆਂ ਵਿੱਚ ਸਾਨੂੰ ਜੀ ਝੋਨਾ ਫੁੱਟਿਆ ਨਹੀਂ ਹੈਗਾ ਚੰਗੀ ਤਰ੍ਹਾਂ, ਲੋਹੇ ਦੀ ਘਾਟ ਹੋਊਗੀ ਜਿਹਦੇ ਕਰਕੇ ਸਾਨੂੰ ਥੋੜ੍ਹਾ ਜਿਹਾ ਝੋਨਾ ਬੋਣਾ ਵੀ ਪਿਆ। ਸੋ ਇਸ ਸਾਲ ਸਾਨੂੰ ਕੋਈ ਢੁਕਵਾਂ ਹੱਲ ਦੱਸਿਆ ਜਾਵੇ ਤਾਂ ਕਿ ਸਾਡੀ ਸਿੱਧੀ ਬਿਜਾਈ ਕਾਮਯਾਬ ਹੋ ਸਕੇ। ਸੋ ਜਿੱਥੋਂ ਤੱਕ ਸਿੱਧੀ ਬਿਜਾਈ ਦੇ ਵਿੱਚ ਲੋਹੇ ਦੀ ਘਾਟ ਦਾ ਸੰਬੰਧ ਹੈਗਾ, ਸੋ ਬਿਲਕੁਲ ਸਿੱਧੀ ਬਿਜਾਈ ਦੇ ਵਿੱਚ ਲੋਹੇ ਦੀ ਘਾਟ ਆ ਜਾਂਦੀ ਆ ਔਰ ਇਹਦੇ ਅਪਣਾਉਣ ਦੇ ਵਿੱਚ ਇੱਕ ਵੱਡਾ ਅੜਿੱਕਾ ਵੀ ਹੈਗਾ। ਪਰੰਤੂ ਜਿਹੜੀ ਲੋਹੇ ਦੀ ਘਾਟ ਆ ਉਹ ਆਮ ਤੌਰ ਤੇ ਹਲਕੀਆਂ ਜ਼ਮੀਨਾਂ 'ਚ ਆਉਂਦੀ ਆ। ਇਸੇ ਕਰਕੇ ਅਸੀਂ ਕਿਸਾਨ ਵੀਰਾਂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਹਲਕੀਆਂ ਜ਼ਮੀਨਾਂ ਦੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਉਹ ਨਹੀਂ ਕਰਨੀ ਗੀ। ਸੋ ਜਦੋਂ ਵੀ ਆਪਾਂ ਝੋਨੇ ਦੀ ਸਿੱਧੀ ਬਿਜਾਈ ਕਰਨੀ ਆ ਉਹ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਦੇ ਵਿੱਚ ਕਰਨੀ ਆ। ਉੱਥੇ ਜਿਹੜੀ ਇਹ ਸਮੱਸਿਆ ਕਾਫੀ ਘੱਟ ਆਉਂਦੀ ਆ। ਔਰ ਜੇ ਆਪਾਂ ਪਹਿਲਾਂ ਜਿਵੇਂ ਤੁਹਾਨੂੰ ਦੱਸਿਆ ਹੈਗਾ ਵੀ ਤਰ-ਬੱਤਰ ਜੇ ਨਾਲ ਵਿਧੀ ਨਾਲ ਜੇ ਆਪਾਂ ਝੋਨੇ ਦੀ ਸਿੱਧੀ ਬਿਜਾਈ ਕਰਾਂਗੇ ਤਾਂ ਉੱਥੇ ਜਿਹੜੀ ਹੈਗੀ ਆ ਲੋਹੇ ਦੀ ਘਾਟ ਦੀ ਸਮੱਸਿਆ ਹੋਰ ਵੀ ਘੱਟ ਜਾਂਦੀ ਹੈ। ਸੋ ਨਦੀਨਾਂ ਬਾਰੇ ਜਿਹੜੀ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ। ਸੋ ਨਦੀਨਾਂ ਦੇ ਵਿੱਚ ਵੀ ਜਿਹੜੀ ਤਰ-ਬੱਤਰ ਵਿਧੀ ਆ ਜਾਂ ਆਪਾਂ ਖੇਤ ਦੀ ਚੋਣ ਆ ਵੀ ਉਹ ਤੁਹਾਡੇ ਨਰਮੇ ਕਪਾਹ ਵਾਲੇ ਖੇਤ ਨਾ ਹੋਣ, ਸਗੋਂ ਝੋਨੇ ਵਾਲੇ ਖੇਤ ਹੀ ਹੋਣ। ਸੋ ਇਸ ਤਰ੍ਹਾਂ ਜਿਹੜੀ ਪ੍ਰੀ ਮਾਰਜਸ ਨਦੀਨਾਂ ਦੀ ਜਿਹੜੀ ਆਪਣੀ ਸਿਫਾਰਿਸ਼ ਸਟੰਪ ਦੀ ਆ ਉਹਦੀ ਵਰਤੋਂ ਕਰਕੇ ਜਾਂ ਉਸ ਤੋਂ ਬਾਅਦ ਜਿਹੜੀਆਂ ਹੋਰ ਜਿਹੜੀਆਂ ਨਦੀਨਨਾਸ਼ਕ ਦਵਾਈਆਂ ਪਹਿਲਾਂ ਆਪਾਂ ਦੱਸ ਚੁੱਕੇ ਹਾਂ, ਸੋ ਉਹਨਾਂ ਦੀ ਵਰਤੋਂ ਕਰਕੇ ਸੋ ਨਦੀਨਾਂ ਦੀ ਸਮੱਸਿਆ ਜਿਹੜਾ ਕਾਬੂ ਉਹ ਪਾਇਆ ਜਾ ਸਕਦਾ ਹੈ। ਤੇ ਇੱਥੇ ਵੇਲੇ ਇੱਕ ਛੋਟੇ ਜਿਹੇ ਬ੍ਰੇਕ ਦਾ ਹੈ। ਬ੍ਰੇਕ ਤੋਂ ਬਾਅਦ ਤੁਹਾਡੀ ਮੁਲਾਕਾਤ ਕਰਾਵਾਂਗੇ ਸਵਾਨਾ ਸੀਡਸ ਤੋਂ ਐਗਰੀ ਸਾਇੰਟਿਸਟ ਡਾਕਟਰ ਸ਼ੈਲੇਂਦਰ ਸਿੰਘ ਨਾਲ। ਤੁਸੀਂ ਵੇਖਦੇ ਰਹੋ ਕਿਸਾਨ ਹੈਲਪਲਾਈਨ ਸ਼ੋ ਸੀਜ਼ਨ 6। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਕਿਸਾਨ ਹੈਲਪਲਾਈਨ ਸ਼ੋ ਸੀਜ਼ਨ 6 ਤੇ ਹੁਣ ਮੁਲਾਕਾਤ ਕਰਦੇ ਹਾਂ ਸਵਾਨਾ ਸੀਡਸ ਦੇ ਐਗਰੀ ਸਾਇੰਟਿਸਟ ਡਾਕਟਰ ਸ਼ੈਲੇਂਦਰ ਸਿੰਘ ਨਾਲ ਤੇ ਜਾਣਦੇ ਹਾਂ ਕੁਝ ਅਹਿਮ ਗੱਲਾਂ। ਸਤਿ ਸ਼੍ਰੀ ਅਕਾਲ, ਮੇਰੇ ਨਾਲ ਨੇ ਡਾਕਟਰ ਸ਼ੈਲੇਂਦਰ ਸਿੰਘ ਜੋ ਕਿ ਖੇਤੀਬਾੜੀ ਮਾਹਰ ਨੇ। ਪਿਛਲੇ 30 ਸਾਲਾਂ ਤੋਂ ਖੇਤੀਬਾੜੀ ਦੇ ਖੇਤੇ 'ਚ ਕੰਮ ਕਰ ਰਹੇ ਨੇ ਤੇ ਅੱਜ ਕੱਲ੍ਹ ਆਪਣੀਆਂ ਸੇਵਾਵਾਂ ਸਵਾਨਾ ਸੀਡਸ ਦੇ ਨਾਲ ਦੇ ਰਹੇ ਨੇ ਤੇ ਨਵੀਂ ਟੈਕਨੋਲੋਜੀ ਤੇ ਕੰਮ ਕਰ ਰਹੇ ਨੇ। ਉਹਨਾਂ ਨਾਲ ਗੱਲ ਕਰਦੇ ਹਾਂ ਸਿੱਧੀ ਬਿਜਾਈ ਨੂੰ ਲੈ ਕੇ। ਕਿਸਾਨ ਭਰਾਵਾਂ ਦੇ ਸਵਾਲ ਨੇ ਕਿ ਜਿਹੜੀ ਉਹਨਾਂ ਨੇ ਬਿਜਾਈ ਕੀਤੀ ਉਹਦੇ ਵਿੱਚ ਉਹਨਾਂ ਨੂੰ ਪੌਦ ਤੇ ਜਮਾਵ ਦੋਵਾਂ ਦੇ ਵਿੱਚ ਦਿੱਕਤਾਂ ਆਈਆਂ। ਡਾਕਟਰ ਸਾਹਿਬ, ਕਿਸ ਤਰੀਕੇ ਨਾਲ ਇਹ ਜਿਹੜੀਆਂ ਦਿੱਕਤਾਂ ਨੇ ਉਹਨਾਂ ਦੀਆਂ ਜਾਂ ਉਹਨਾਂ ਦੀ ਸਮੱਸਿਆ, ਇਹਨਾਂ ਦਾ ਸੁਝਾਅ ਦਿੰਦੇ ਹੋ, ਉਹਨਾਂ ਨੂੰ ਕਿਵੇਂ ਦੇਖਿਆ ਜਾ ਸਕਦਾ? ਬਹੁਤ ਸਹੀ ਸਵਾਲ ਹੈ ਜੀ। ਦੇਖੋ, ਸਿੱਧੀ ਬਿਜਾਈ ਦੇ ਵਿੱਚ ਦੋ ਚੀਜ਼ ਬਹੁਤ ਇੰਪੋਰਟੈਂਟ ਨੇ, ਬਹੁਤ ਜ਼ਰੂਰੀ ਨੇ। ਪਹਿਲੀ ਚੀਜ਼ ਤਾਂ ਹੈਗੀ ਹੈ ਕਿ ਸਹੀ ਬੀਜ ਦਾ ਚੁਣਾਵ। ਆਪਾਂ ਨੂੰ ਇਸ ਤਰ੍ਹਾਂ ਦਾ ਬੀਜ ਚਾਹੀਦਾ ਹੈ ਜਿਹੜਾ ਜਮਾਓ ਦੇ ਵਿੱਚ ਵਧੀਆ ਹੋਵੇ, ਛੋਟੀ ਮਿਆਦ ਦਾ ਹੋਵੇ ਤੇ ਉਹ ਬੀਜ ਜਿਹੜਾ ਹੈਗਾ ਜਦੋਂ ਆਪਾਂ ਸਿੱਧੀ ਬਿਜਾਈ ਕਰਦੇ ਹਾਂ ਉਹਦੇ ਵਿੱਚ ਉਹਨੂੰ ਛੇਤੀ ਬਾਹਰ ਨਿਕਲ ਕੇ ਤੇ ਲੰਬੇ ਟਾਈਮ ਤੱਕ ਉਹਨੂੰ ਜ਼ਿਆਦਾ ਕਿਸੇ ਚੀਜ਼ ਦੀ ਲੋੜ ਨਾ ਪਵੇ। ਤੇ ਇਸ ਵਾਸਤੇ ਸਵਾਨਾ ਦੇ ਜਿਹੜੇ ਸਮਾਰਟ ਰਾਈਸ ਹੈਗੇ ਆ 127, 134, 7301, ਇਹ ਇਹਨਾਂ ਦੀ ਇੱਕ ਖਾਸ ਗੱਲ ਹੈਗੀ ਹੈ ਕਿ ਇਹ ਆਪਣੇ ਛੇਤੀ ਜੰਮਦੇ ਨੇ ਤੇ ਇਹਨਾਂ ਦੀ ਵਿਗਰ ਚੰਗੀ ਹੁੰਦੀ ਹੈ, ਇਸ ਕਰਕੇ ਜਮਾਓ ਦੇ ਵਿੱਚ ਦਿੱਕਤ ਨਹੀਂ ਹੋਏਗੀ। ਬੀਜ ਦੇ ਬਾਅਦ ਦੂਜੀ ਚੀਜ਼ ਜਿਹੜੀ ਹੈਗੀ ਹੈ ਉਹ ਬਿਜਾਈ ਦੇ ਟਾਈਮ ਸਹੀ ਵੱਤਰ ਦਾ ਹੋਣਾ, ਸਹੀ ਨਮੀ ਦਾ ਹੋਣਾ ਖੇਤ ਦੇ ਵਿੱਚ ਜ਼ਰੂਰੀ ਹੈ। ਇਹਦੇ ਵਿੱਚ ਆਪਾਂ ਨੇ ਇਹ ਖਿਆਲ ਰੱਖਣਾ ਹੈ ਕਿ ਪਹਿਲਾਂ ਖੇਤੀ ਬਿਜਾਈ ਤੋਂ ਪਹਿਲਾਂ ਆਪਾਂ ਖੇਤ ਦੀ ਰੌਣੀ ਕਰੀਏ। ਰੌਣੀ ਕਰਨ ਤੋਂ ਬਾਅਦ ਖੇਤ ਨੂੰ ਤਿਆਰ ਕਰਨ ਵਾਸਤੇ ਇੱਕ ਵਾਰੀ ਆਪਾਂ ਖੇਤ ਨੂੰ ਚੰਗੀ ਤਰ੍ਹਾਂ ਵਾਹ ਲਈਏ ਤੇ ਵਾਹਣ ਤੋਂ ਬਾਅਦ ਫਿਰ ਉਹਦੇ ਵਿੱਚ ਡਰਿਲ ਦੀ ਬਿਜਾਈ ਕਰੀਏ। ਲੇਕਿਨ ਬਿਜਾਈ ਕਰਦੇ ਟਾਈਮ ਖੇਤ ਦੇ ਵਿੱਚ ਸਹੀ ਵੱਤਰ ਹੋਣੀ ਜ਼ਰੂਰੀ ਹੈ। ਆਮ ਤੌਰ ਤੇ ਕਈ ਵਾਰੀ ਕਿਸਾਨ ਇਹ ਕਰਦੇ ਆ ਕਿ ਉਹ ਸੁੱਕੇ ਖੇਤ ਦੇ ਵਿੱਚ ਬਿਜਾਈ ਕਰਦੇ ਨੇ ਤੇ ਉਸ ਤੋਂ ਬਾਅਦ ਪਾਣੀ ਲਾਉਂਦੇ ਨੇ, ਉਹਦੇ ਵਿੱਚ ਕਈ ਵਾਰੀ ਜਮਾਓ ਦੀ ਸਮੱਸਿਆ ਆਉਂਦੀ ਹੈ। ਤੇ ਇਹ ਜਿਹੜੀ ਦੋ ਚੀਜ਼ ਹੈਗੀ ਹੈ, ਸਹੀ ਬੀਜ ਦਾ ਚੁਣਾਵ ਕਰਨਾ ਤੇ ਖੇਤ ਦੀ ਸਹੀ ਸਿਚੁਏਸ਼ਨ ਹੋਣੀ, ਉਹਦੇ ਵਿੱਚ ਸਹੀ ਨਮੀ ਤੇ ਸਹੀ ਵੱਤਰ ਹੋਣਾ, ਇਹ ਦੋ ਚੀਜ਼ਾਂ ਦਾ ਆਪਾਂ ਖਿਆਲ ਰੱਖਾਂਗੇ ਤੇ ਇਹਨਾਂ ਦੀ ਸਮੱਸਿਆ ਸਾਨੂੰ ਨਹੀਂ ਆਏਗੀ। ਡਾਕਟਰ, ਕਿਸਾਨਾਂ ਦਾ ਸਵਾਲ ਇੱਕ ਹੋਰ ਵੀ ਹੁੰਦੇ ਨੇ ਕਿ ਜਦੋਂ ਆਪਾਂ ਸਿੱਧੀ ਬਿਜਾਈ ਕਰਦੇ ਹਾਂ ਤਾਂ ਖਰਪਤਵਾਰ ਨੇ ਨਿਦਾਨ ਕਹੀਦਾ, ਨਦੀਨ ਜਦੋਂ ਹੋ ਜਾਂਦਾ ਤਾਂ ਉਹ ਉਹਨਾਂ ਵਾਸਤੇ ਇੱਕ ਬੜੀ ਵੱਡੀ ਸਮੱਸਿਆ ਹੁੰਦੀ ਹੈ। ਉਹਦੇ ਨਾਲ ਕਿਵੇਂ ਨਜਿੱਠਿਆ ਜਾਵੇ? ਦੇਖੋ ਜੀ, ਹਜੇ ਜਿਹੜੇ ਸਿੱਧੀ ਬਿਜਾਈ ਵਾਸਤੇ ਜਿਹੜੇ ਨਦੀਨਨਾਸ਼ਕ ਹੈ ਉਹ 2-3 ਨਦੀਨਨਾਸ਼ਕ ਸਾਡੇ ਉਪਲਬਧ ਹੈ ਤੇ ਉਹਨਾਂ ਦੇ ਵਿੱਚ ਇੱਕ ਚੀਜ਼ ਇਹ ਖਿਆਲ ਰੱਖਣ ਵਾਲੀ ਹੁੰਦੀ ਹੈ ਕਿ ਜਿਵੇਂ ਪੈਂਡੀਮੈਥਲਿਨ ਇੱਕ ਨਦੀਨਨਾਸ਼ਕ ਹੈ,
ਉਹਦੀ ਵਰਤੋਂ ਬਿਜਾਈ ਤੋਂ 24 ਘੰਟੇ ਦੇ ਅੰਦਰ ਅੰਦਰ ਹੋਣੀ ਚਾਹੀਦੀ ਹੈ ਤੇ ਖੇਤ ਦੇ ਵਿੱਚ ਨਮੀ ਹੋਣੀ ਚਾਹੀਦੀ ਹੈ। ਜਿਵੇਂ ਮੈਂ ਪਹਿਲਾਂ ਕਹਿ ਰਿਹਾ ਸੀਗਾ ਕਿ ਬਿਜਾਈ ਦੇ ਟਾਈਮ ਆਪਾਂ ਨੂੰ ਨਮੀ ਦੀ ਲੋੜ ਹੈਗੀ ਹੈ ਤੇ ਉਹੀ ਨਮੀ ਦੇ ਵਿੱਚ 24 ਘੰਟੇ ਦੇ ਅੰਦਰ ਅੰਦਰ ਆਪਾਂ ਨੇ ਨਦੀਨਨਾਸ਼ਕ ਦਾ ਸਪਰੇਅ ਕਰ ਦੇਣਾ ਹੈਗਾ, ਪੈਂਡੀਮੈਥਲਿਨ ਦਾ। ਉਹਦੇ ਕਈ ਵਾਰੀ ਉਹ ਨਮੀ ਨਾ ਹੋਣ ਕਰਕੇ ਉਹ ਨਦੀਨਨਾਸ਼ਕ ਸਹੀ ਤਰੀਕੇ ਨਾਲ ਕੰਮ ਨਹੀਂ ਕਰਦਾ। ਉਸ ਤੋਂ ਬਾਅਦ ਕੁਝ ਨਦੀਨਨਾਸ਼ਕ ਹੈ ਜਿਹੜੇ ਬਾਅਦ ਦੇ ਵਿੱਚ ਜਿਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਦੋਂ ਨਦੀਨ 2 ਤੋਂ 4 ਪੱਤੀ ਦਾ ਹੋ ਜਾਵੇ। ਹੁਣ ਸਮੱਸਿਆ ਇਹ ਹੁੰਦੀ ਹੈ ਕਿ ਕਈ ਵਾਰੀ ਜ਼ਮੀਂਦਾਰ ਉਹਦਾ ਸਪਰੇਅ ਟਾਈਮ ਸਿਰ ਨਹੀਂ ਕਰ ਪਾਉਂਦਾ ਤੇ ਨਦੀਨ ਬੜੇ ਹੋ ਜਾਂਦੇ ਨੇ। ਬੜੇ ਹੋਣ ਤੋਂ ਬਾਅਦ ਜੇ ਉਸ ਨਦੀਨਨਾਸ਼ਕ ਦੀ ਆਪਾਂ ਵਰਤੋਂ ਕਰਦੇ ਹਾਂ ਤੇ ਉਹਦੇ ਵਿੱਚ ਦਿੱਕਤ ਇਹ ਆਉਂਦੀ ਹੈ ਕਿ ਉਹ ਨਦੀਨ ਦਾ ਸਹੀ ਤਰੀਕੇ ਨਾਲ ਕੰਟਰੋਲ ਨਹੀਂ ਹੁੰਦਾ, ਇਸ ਕਰਕੇ ਜ਼ਮੀਂਦਾਰਾਂ ਨੂੰ ਦਿੱਕਤ ਹੈ। ਹੁਣ ਇਸੇ ਮਾਮਲੇ ਦੇ ਵਿੱਚ ਸਵਾਨਾ ਕੰਮ ਕਰ ਰਹੀ ਹੈ ਤੇ ਸਵਾਨਾ ਨੇ ਜਿਹੜੀ ਨਵੀਂ ਇੱਕ ਤਕਨੀਕ ਫੁੱਲ ਪੇਜ ਤਕਨੀਕ ਦਾ ਇਜਾਦ ਕੀਤਾ ਹੈ। ਇਹਦੇ ਵਿੱਚ ਆਪਾਂ ਇੱਕ ਬੀਜ ਇੱਕ ਇਹੋ ਜਿਹਾ ਬੀਜ ਤਿਆਰ ਕੀਤਾ ਹੈ ਜਿਹਦੇ ਵਿੱਚ ਇੱਕ ਖਾਸ ਨਦੀਨਨਾਸ਼ਕ ਵਾਸਤੇ ਰੈਜ਼ਿਸਟੈਂਸ ਹੈ ਤੇ ਉਸ ਨਦੀਨਨਾਸ਼ਕ ਦੀ ਖਾਸ ਗੱਲ ਇਹ ਹੈ ਕਿ ਉਹ ਚੌੜੀ ਪੱਤੀ ਦੇ ਆਪਣੇ ਘਾਸ ਵਾਲੇ ਕੁਲ ਦੇ ਤੇ ਦੂਜੇ ਜਿਹੜੇ ਮੋਥਾ ਸਵਾਂ ਕਡੀਲਾ ਸਾਰਿਆਂ ਨੂੰ ਕੰਟਰੋਲ ਕਰਦਾ ਹੈ। ਤੇ ਉਹਦੇ ਖਾਸ ਗੱਲ ਇੱਕ ਹੋਰ ਹੈਗੀ ਹੈ ਕਿ ਉਹ 2 ਪੱਤੀ ਤੋਂ 6 ਪੱਤੀ ਤੱਕ ਜਦੋਂ ਵੀ ਨਦੀਨ ਹੋਏਗਾ ਉਹਦਾ ਸਪਰੇਅ ਕਰਾਂਗੇ ਤਾਂ ਉਹਦਾ ਕੰਟਰੋਲ ਹੋ ਜਾਏਗਾ। ਇਸ ਸਥਿਤੀ ਦੇ ਵਿੱਚ ਜ਼ਮੀਂਦਾਰ ਦੇ ਕੋਲ ਇੱਕ ਕਾਫੀ ਫਲੈਕਸੀਬਿਲਿਟੀ ਹੋ ਜਾਂਦੀ ਹੈ। ਉਹ ਜ਼ਮੀਂਦਾਰ ਨੂੰ ਇਹ ਹੋ ਜਾਂਦਾ ਹੈ ਕਿ ਭਾਈ ਜੇ ਉਹਨਾਂ 2 ਪੱਤੀ ਦੇ ਟਾਈਮ ਤੇ ਸਪਰੇਅ ਨਹੀਂ ਵੀ ਕੀਤਾ, ਉਹ 3 ਪੱਤੀ 4 ਪੱਤੀ ਦਾ ਵੀ ਹੋ ਗਿਆ ਤਾਂ ਵੀ ਉਹ ਕੰਟਰੋਲ ਉਹਨੂੰ ਪੂਰਾ ਮਿਲ ਜਾਂਦਾ ਹੈ। ਤੇ ਇਹ ਫੁੱਲ ਪੇਜ ਤਕਨੀਕ ਜਿਹੜੀ ਆਪਾਂ ਲਾ ਰਹੇ ਹਾਂ, ਇਸ ਫੁੱਲ ਪੇਜ ਦੀ ਤਕਨੀਕ ਦੇ ਇਸ ਸਾਲ ਅਸੀਂ ਕੁਝ ਡੈਮੋਨਸਟ੍ਰੇਸ਼ਨ ਵੀ ਕਰ ਰਹੇ ਨੇ ਤੇ ਇਹ ਸਾਨੂੰ ਬਹੁਤ ਉਮੀਦ ਹੈ ਕਿ ਸਿੱਧੀ ਬਿਜਾਈ ਵਾਸਤੇ ਇਹ ਵਰਦਾਨ ਸਾਬਿਤ ਹੋਏਗਾ ਸਾਡੇ ਪੰਜਾਬ ਦੇ ਜ਼ਿਮੀਂਦਾਰਾਂ ਵਾਸਤੇ। ਡਾਕਟਰ ਸਾਹਿਬ, ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਕਿਸਾਨ ਭਰਾਵਾਂ ਦੇ ਸਵਾਲ ਇੱਕ ਹੋਰ ਹੈਗੇ ਨੇ ਕਿ ਜਦੋਂ ਆਪਾਂ ਸਿੱਧੀ ਬਿਜਾਈ ਵੱਲ ਜਾਂਦੇ ਆ ਤੇ ਪਾਣੀ ਤੇ ਖਾਦ ਇਹ ਬੜਾ ਇੰਪੋਰਟੈਂਟ ਹੋ ਜਾਂਦਾ, ਇਹਨੂੰ ਕਿਸ ਤਰੀਕੇ ਨਾਲ ਡੀਲ ਕੀਤਾ ਜਾਵੇ? ਬਿਲਕੁਲ, ਬਹੁਤ ਵਧੀਆ ਚੀਜ਼ ਪੁੱਛੀ ਹੈ ਜੀ ਤੁਸੀਂ। ਪਾਣੀ ਦਾ ਇਸ ਤਰ੍ਹਾਂ ਹੈਗਾ ਕਿ ਸਿੱਧੀ ਬਿਜਾਈ ਦੇ ਵਿੱਚ ਕਈ ਵਾਰੀ ਇੱਕ ਜ਼ਿਮੀਂਦਾਰ ਦੇ ਦਿਮਾਗ ਦੇ ਵਿੱਚ ਇਹ ਹੁੰਦਾ ਹੈ ਕਿ ਭਈ ਅਸੀਂ ਪਾਣੀ ਭਰ ਕੇ ਰੱਖਣਾ ਹੈ ਕਿ ਪਾਣੀ ਨਹੀਂ ਦੇਣਾ ਹੈ ਜਾਂ ਕਣਕ ਵਾਂਗੂ ਪਾਣੀ ਦੇਣਾ ਹੈ। ਅਸਲ ਦੇ ਵਿੱਚ ਝੋਨੇ ਦੀ ਫਸਲ ਜਿਹੜੀ ਹੈਗੀ ਹੈ ਇਹਨੂੰ ਪਾਣੀ ਦੀ ਲੋੜ ਹੁੰਦੀ ਹੈ ਨਮੀ ਦੀ। ਪਾਣੀ ਭਰਿਆ ਹੋਣਾ ਜ਼ਰੂਰੀ ਨਹੀਂ ਹੈ। ਪਾਣੀ ਭਰਦੇ ਹਾਂ ਆਪਾਂ ਨਦੀਨ ਦੇ ਕੰਟਰੋਲ ਵਾਸਤੇ ਤੇ ਜੇ ਨਦੀਨ ਦਾ ਕੰਟਰੋਲ ਅਸੀਂ ਦਵਾਈਆਂ ਨਾਲ ਕਰ ਲੈਂਦੇ ਹਾਂ ਤਾਂ ਪਾਣੀ ਸਿਰਫ ਆਪਾਂ ਨੂੰ ਨਮੀ ਚਾਹੀਦੀ ਹੈ, ਪਰ ਖੇਤ ਸੁੱਕਾ ਨਹੀਂ ਹੋਣਾ ਚਾਹੀਦਾ, ਪਹਿਲੀ ਗੱਲ। ਦੂਜੀ ਗੱਲ ਇਹ ਹੈਗੀ ਹੈ ਕਿ ਆਪਣੀ 2-3 ਸਥਿਤੀ ਹੁੰਦੀਆਂ ਫਸਲ ਦੀ ਜਿਨ੍ਹਾਂ ਦੇ ਵਿੱਚ ਖੇਤ ਦੇ ਵਿੱਚ ਪ੍ਰੋਪਰ ਨਮੀ ਤੇ 1-2 ਸੈਂਟੀਮੀਟਰ ਪਾਣੀ ਭਰਿਆ ਹੋਵੇ। ਪਹਿਲੀ ਗੱਲ ਆਪਾਂ ਜਿਸ ਟਾਈਮ ਖਾਬ ਹੁੰਦੀ ਹੈ, ਜਿਸ ਟਾਈਮ ਕੱਲੇ ਫੂਟਦੇ ਨੇ ਉਹ ਟਾਈਮ ਹੈਗਾ। ਉਸ ਤੋਂ ਬਾਅਦ ਜਦੋਂ ਸਿੱਟੇ ਬਣਨ ਦੀ ਕੋਈ ਟਾਈਮ ਹੁੰਦਾ ਉਸ ਟਾਈਮ ਤੇ ਜਦੋਂ ਦੁੱਧ ਪੈਣ ਦਾ ਟਾਈਮ ਹੁੰਦਾ ਉਹ, ਇਹ 3-4 ਜਿਹੜੀ ਟਾਈਮ ਹੈਗੇ ਫਸਲ ਦੇ ਉਹ ਜ਼ਿਮੀਂਦਾਰਾਂ ਨੂੰ ਵੈਸੇ ਪਤਾ ਹੈਗਾ, ਲੇਕਿਨ ਇਸ ਟਾਈਮ ਤੇ ਆਪਾਂ ਨੇ ਖੇਤ ਨੂੰ ਸੁੱਕਾ ਨਹੀਂ ਰੱਖਣਾ ਹੈ। ਇਸ ਤੋਂ ਇਲਾਵਾ ਪਾਣੀ ਭਰ ਕੇ ਵੀ ਰੱਖਣ ਦੀ ਲੋੜ ਨਹੀਂ ਹੈ ਤੇ ਪੂਰੀ ਤਰ੍ਹਾਂ ਸੁਖਾਣਾ ਨਹੀਂ ਹੈ। ਨਮੀ ਮੇਨਟੇਨ ਕਰਨੀ ਹੈ, ਜਿਹਨੂੰ ਕਹਿੰਦੇ ਸਹੀ ਵੱਤਰ ਮੇਨਟੇਨ ਕਰਨਾ ਹੈ ਤੇ ਆਪਾਂ ਨੂੰ ਫਿਰ ਉਹਦੀ ਦਿੱਕਤ ਨਹੀਂ ਹੈ। ਇਸ ਤੋਂ ਇਲਾਵਾ ਜਿਹੜੀ ਤੁਸੀਂ ਖਾਦ ਦੀ ਗੱਲ ਕੀਤੀ ਹੈ ਤੇ ਖਾਦ ਜਿੰਨੀ ਆਪਾਂ ਪਾਉਣੇ ਆ ਰੁਪਾਈ ਦੇ ਵਿੱਚ ਉਹਦੀ ਖਾਦ ਉਨੀ ਲੋੜ ਹੈਗੀ ਹੈ, ਲੇਕਿਨ ਸ਼ੁਰੂ ਦੇ ਜਿਹੜੇ 25-30 ਦਿਨ ਹੈ ਜਿਹੜੇ ਆਪਾਂ ਨਰਸਰੀ ਦੇ ਵਿੱਚ ਜ਼ਮੀਂਦਾਰ ਇਸਤੇਮਾਲ ਕਰਦਾ ਹੈ ਖਾਦ ਨੂੰ, ਉਹ ਤਕਰੀਬਨ 20-25 ਕਿਲੋ ਯੂਰੀਆ ਤੇ ਥੋੜਾ ਜਿਹਾ ਪੋਟਾਸ਼ ਤੇ ਥੋੜਾ ਜ਼ਿੰਕ ਉਹ ਜ਼ਿਆਦਾ ਪਾਉਣਾ ਹੈ। ਤੇ ਇਸ ਤੋਂ ਇਲਾਵਾ ਆਇਰਨ ਦੀ ਕਮੀ ਸਿੱਧੀ ਬਿਜਾਈ ਦੇ ਵਿੱਚ ਆਮ ਤੌਰ ਤੇ ਦੇਖੀ ਗਈ ਹੈ ਤੇ ਉਹਦੇ ਵਾਸਤੇ ਜ਼ਿੰਕ ਸਲਫੇਟ ਤੇ ਫੈਰਸ ਸਲਫੇਟ ਦਾ ਇੱਕ ਵਾਰੀ ਵਰਤੋਂ ਕਰਨੀ ਆਪਾਂ ਨੂੰ ਜ਼ਰੂਰੀ ਹੈਗੀ। ਇਸ ਤੋਂ ਇਲਾਵਾ ਸੋ ਗੱਲ ਕਰੀਏ ਤੇ ਹੋਰ ਕਿਸਾਨ ਭਰਾਵਾਂ ਨੂੰ ਕੀ ਸਲਾਹ ਦੇਣੀ ਚਾਹੋਗੇ ਸਿੱਧੀ ਬਿਜਾਈ ਨੂੰ ਲੈ ਕੇ? ਦੇਖੋ ਜੀ, ਸਿੱਧੀ ਬਿਜਾਈ ਦੇ ਸਭ ਤੋਂ ਵੱਡੇ ਜਿਹੜੇ ਫਾਇਦੇ ਜ਼ਮੀਂਦਾਰ ਹੁਣ ਦੇਖ ਰਹੇ ਨੇ, ਪਿਛਲੇ ਸਾਲ ਲੇਬਰ ਦੀ ਸਮੱਸਿਆ ਕੋਵਿਡ ਨੂੰ ਕਰਕੇ ਸੀਗੀ, ਉਹਦੇ ਕਰਕੇ ਕਾਫੀ ਸਾਰੇ ਜ਼ਮੀਂਦਾਰਾਂ ਨੂੰ ਇਹਨੂੰ ਟਰਾਈ ਕੀਤਾ। ਤਕਰੀਬਨ 10-15% ਆਪਾਂ ਨੂੰ ਖਬਰ ਹੈਗੀ ਹੈ ਕਿ ਪੰਜਾਬ ਦੇ ਵਿੱਚ ਸਿੱਧੀ ਬਿਜਾਈ ਦੀ ਵਰਤੋਂ ਹੋਈ ਹੈ। ਤੇ ਇੱਕ ਤਾਂ ਆਪਾਂ ਨੂੰ ਜਿਹੜਾ ਸਿੱਧੀ ਬਿਜਾਈ ਦਾ ਫਾਇਦਾ ਹੈ, ਲੇਬਰ ਤੇ ਡਿਪੈਂਡੈਂਟ ਨਹੀਂ ਹੈ। ਆਪਾਂ ਨੂੰ ਕੱਦੂ ਕਰਨ ਦੀ ਲੋੜ ਨਹੀਂ ਹੁੰਦੀ, ਇਸ ਕਰਕੇ ਜਿਹੜੀ ਟੁੱਟਪਨ ਹੈਗੀ ਹੈ ਆਪਣੇ ਟਰੈਕਟਰਾਂ ਦੀ ਤੇ ਪਾਣੀ ਘੱਟ ਲੱਗਦਾ ਹੈਗਾ। ਇਸ ਤੋਂ ਇਲਾਵਾ ਜਿਹੜੀ ਸਿੱਧੀ ਬਿਜਾਈ ਦੇ ਵਿੱਚ ਆਹੀ ਵੈਰਾਈਟੀ ਜਿਹੜੀ ਰੁਪਾਈ ਦੇ ਮੁਕਾਬਲੇ ਤਕਰੀਬਨ 7 ਤੋਂ 10 ਦਿਨ ਪਹਿਲਾਂ ਹੋ ਜਾਂਦੀ ਹੈ। ਉਹਦੇ ਕਰਕੇ ਸਾਨੂੰ 2 ਫਾਇਦੇ ਹੁੰਦੇ ਨੇ। ਇੱਕ ਤਾਂ ਅਗਲੀ ਫਸਲ ਵਾਸਤੇ ਆਪਾਂ ਦੀ ਟਾਈਮ ਸਿਰ ਵਢਾਈ ਹੋ ਗਈ, ਅਗਲੀ ਫਸਲ ਵਾਸਤੇ ਖੇਤ ਨੂੰ ਤਿਆਰ ਕਰਨ ਨੂੰ ਟਾਈਮ ਮਿਲ ਗਿਆ। ਤੇ ਬਾਕੀ ਜਿਹੜੀ ਆਪਾਂ ਸਟਬਲ ਦੀ ਸਮੱਸਿਆ ਹੈਗੀ ਹੈ, ਪਰਾਲੀ ਸਾੜਨ ਦੀ ਸਮੱਸਿਆ ਹੈਗੀ, ਉਹਦੇ ਵਾਸਤੇ ਜ਼ਮੀਂਦਾਰ ਨੂੰ ਤਕਰੀਬਨ ਟਾਈਮ ਮਿਲ ਜਾਂਦਾ ਹੈ। ਉਹਨੂੰ ਸਾੜਨ ਦੀ ਲੋੜ ਨਹੀਂ ਹੈ, ਕਿਉਂਕਿ ਸਾੜਨਾ ਇਸ ਕਰਕੇ ਜ਼ਮੀਂਦਾਰ ਨੂੰ ਪੈਂਦਾ ਹੈ ਕਿ ਉਹਦੇ ਕੋਲ ਟਾਈਮ ਨਹੀਂ ਹੁੰਦਾ। ਹੁਣ ਜੇ ਉਹਨੂੰ 15-20 ਮਿੰਟ 15-20 ਦਿਨ ਮਹੀਨੇ ਦਾ ਟਾਈਮ ਮਿਲ ਜਾਂਦਾ ਹੈ ਤੇ ਉਹਦੇ ਵਿੱਚ ਉਹ ਉਹਦੀ ਪਰਾਲੀ ਨੂੰ ਸਹੀ ਤਰੀਕੇ ਨਾਲ ਸਾਂਭ ਸਕਦਾ ਹੈ ਤੇ ਖੇਤ ਦੇ ਵਿੱਚ ਵੀ ਮਿਕਸ ਕਰ ਸਕਦਾ ਹੈ। ਤੇ ਇਹ ਸਾਰੇ ਜਿਹੜੇ ਆਪਣੇ ਫਾਇਦੇ ਹੈ, ਇਹਦੇ ਕਰਕੇ ਅਸੀਂ ਬਹੁਤ ਪੁਰਜੋਰ ਸਿਫਾਰਿਸ਼ ਕਰਦੇ ਹਾਂ ਕਿ ਜ਼ਮੀਂਦਾਰਾਂ ਨੂੰ ਸਿੱਧੀ ਬਿਜਾਈ ਝੋਨੇ ਦੀ ਕਰਨੀ ਚਾਹੀਦੀ ਹੈ। ਤੇ ਇਹਦੇ ਵਿੱਚ ਹੁਣ ਅਸੀਂ ਫੁੱਲ ਪੇਜ ਤਕਨੀਕ ਨੂੰ ਲੈ ਕੇ ਆ ਰਹੇ ਨੇ। ਉਹਦੀ ਵਰਤੋਂ ਦੇ ਨਾਲ ਹੋਰ ਵੀ ਜ਼ਿਆਦਾ ਸੁਵਿਧਾ ਹੋ ਜਾਏਗੀ ਜ਼ਮੀਂਦਾਰਾਂ ਨੂੰ
ਤੇ ਮੇਰਾ ਖਿਆਲ ਹੈ ਆਉਣ ਵਾਲੇ ਸਮੇਂ ਦੇ ਵਿੱਚ ਸਿੱਧੀ ਬਿਜਾਈ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਕਾਮਯਾਬ ਹੋਏਗੀ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ। ਇਹ ਸਨ ਸਾਡੇ ਨਾਲ ਡਾਕਟਰ ਸ਼ੈਲੇਂਦਰ ਸਿੰਘ। ਅੱਜ ਦੇ ਕਿਸਾਨ ਹੈਲਪਲਾਈਨ ਸ਼ੋਅ ਸੀਜ਼ਨ 6 ਵਿੱਚ ਇੰਨਾ ਹੀ। ਇਹ ਜੋ ਨੰਬਰ ਤੁਹਾਡੀ ਸਕਰੀਨ ਤੇ ਆ ਰਿਹਾ ਜੋ ਕਿ 93195929, ਇਸ ਉਤੇ ਮਿਸਡ ਕਾਲ ਕਰਨੀ ਜਾਂ WhatsApp ਕਰਨਾ ਨਾ ਭੁੱਲਿਓ। ਸਾਡੀ ਟੀਮ ਤੁਹਾਡੇ ਨਾਲ ਸੰਪਰਕ ਕਰੇਗੀ ਅਤੇ ਕਿਸਾਨੀ ਨਾਲ ਜੁੜੇ ਤੁਹਾਡੇ ਸਵਾਲ ਜਾਣੇਗੀ। ਅਗਲੇ ਹਫਤੇ ਵੀ ਵੇਖਣਾ ਨਾ ਭੁੱਲਿਓ ਕਿਸਾਨ ਹੈਲਪਲਾਈਨ ਸ਼ੋਅ ਸੀਜ਼ਨ 6 ਕੋ ਪਾਵਰਡ ਬਾਏ ਧਾਨੂਕਾ ਦਾ ਸੈਂਪਰਾ ਨੇ ਕੀਤਾ ਕਮਾਲ। ਗੰਡਾ ਤੋਂ ਖਤਮ ਕੀਤਾ ਮੋਥਾ, ਮਿਹਨਤ ਘੱਟ ਤੇ ਮੁਨਾਫਾ ਮੋਟਾ ਅਤੇ ਸਵਾਨਾ ਸੀਡਸ ਸਵਾ ਸਮਾਰਟ ਧਾਨ, ਵਜ਼ਨਦਾਰ ਦਾਣੇ, ਭਰਪੂਰ ਝਾੜ, ਹੁਣ ਦੋਹਰੀ ਸੁਰੱਖਿਆ ਨਾਲ। ਦਿਓ ਇਜਾਜ਼ਤ, ਰੱਬ ਰਾਖਾ।